ਗੁਰੂ ਨਾਨਕ ਪਾਦ ਪੰਕਜ ਬੰਦਨ ਪਾਦ ਪੰਕਜ ਬੰਦਨ ਸੰਗਤ ਦੁਖ ਨਿਕੰਦਨ ਗੁਰ ਅਮਰਦਾਸ ਹਿਰਦੈ ਨਿਤ ਧਿਆਵੋ ਹਿਰਦੈ ਨਿਤ ਧਿਆਵੋ ਸ੍ਰੀ ਗੁਰੂ ਰਾਮਦਾਸ ਗੁਣ ਗਾਵੋ ਗੁਰੂ ਅਰਜਨ ਵਿਗਨ ਕੇ ਨਾਸ਼ਕ ਵਿਗਨ ਕੇ ਨਾਸ਼ਕ ਹਰ ਗੋਬਿੰਦ ਸ਼ੁਭ ਸੁਮਤ ਪ੍ਰਕਾਸ਼ਕ ਸ਼੍ਰੀ ਹਰਿ ਰਾਇ ਨਾਮੋ ਕਰ ਜੋਰੀ ਨਾਮੋ ਕਰ ਜੋਰੀ ਸ਼੍ਰੀ ਹਰਿ ਕ੍ਰਿਸ਼ਨ ਮਨਾਏ ਬੋਰੀ ਤੇਗ ਬਹਾਦਰ ਪਰਮ ਕਿਰਪਾਲਾ ਵਾਹਿਗੁਰੂ ਪਰਮ ਕਿਰਪਾਲਾ ਸ੍ਰੀ ਗੁਰੂ ਗੋਬਿੰਦ ਸਿੰਘ ਬਿਸਾਰਾ ਤਰੋਂ ਤਰਾ ਪਰ ਪੁਨ ਪੁਨ ਸੀਸਾ ਜੀ ਪੁਨ ਪੁਨ ਸੀਸਾ ਮੰਨੋਂ ਬਾਰ ਬਾਰ ਜਗਦੀਸ਼ਾ ਏਕੰਕਾਰ ਸਤਿਗੁਰੂ ਤੇ ਪ੍ਰਸਾਦ ਸਚ ਹੋਏ ਵਾਹਿਗੁਰੂ ਜੀ ਕੀ ਫਤਿਹ ਹੈ ਵਿਘਨ ਵਿਨਾਸ਼ਨ ਸੋਏ ਵਾਹਿਗੁਰੂ ਜੀ ਕੀ ਫਤਿਹ ਹੈ ਵਿਘਨ ਵਿਨਾਸ਼ਨ ਸੋਏ ਚੌਪਈ करामात होए जाके पाही आपे क्यों न करे पातशाही करामात कहो पास रसूल खुदाए मन जिस करे कबूल वाहिगुरु जी का खालसा वाहिगुरु जी की फतेह। धन धन गुरुदेव जिस संग जपे गुर कृपाल जब भये ता अवगुण सब छटे। परम सम्मान योग सत्कार योग सतगुरां दी साजी अते नवाजी होई। गुरु रूप गुरु खालसा साध संगत जीओ धन तारे पात्र हो। संध्या वेले दे इन्हां सुंदर सारियां दीवानां दे विच हाजरियां भर के गुरु पंथ खालसे के इतिहास की पावन पवित्र लड़ीवार कथा सुन करके अपना मनुखा जन्म सफला अति सकारता बनाते हो। हिंदुस्तान की धरती के उत्ते लोधियां का राज रहा है। दौलत खान गुरु नानक पातशाह महाराज की शरण में गया बेनती की महाराज कृपा करो इन्हां लोधियां का राज खत्म कर दो। महाराज लोधियां का राज खत्म करके आप दिल्ली के तख्त के उत्ते बैठो। महाराज ने आख्या भी असी ये दुनियावी बादशाहियां नहीं करदियां,
ਅਸੀਂ ਰਾਜ नहीं ਲੈਣਾ, ਅਸੀਂ ਤਾਂ ਸਗੋਂ ਰਾਜ ਦੇਣ ਆਏ ਹਾਂ। ਦੌਲਤਖਾਂ ਕਹਿੰਦਾ ਮਹਾਰਾਜ ਜੇ ਤੁਸੀਂ ਰਾਜ ਨਹੀਂ ਕਰਨਾ ਫਿਰ ਇਹਨਾਂ ਪਠਾਣਾ ਤੋਂ ਲੋਧੀਆਂ ਤੋਂ ਰਾਜ ਖੋ ਕੇ ਤੁਰਕਾਂ ਨੂੰ ਦੇ ਦਿਓ। ਮਹਾਰਾਜ ਨੇ ਆਖਿਆ ਦੌਲਤਖਾਂ ਇਹ ਗੱਲ ਬੜੀ ਵੱਡੀ ਕਹਿ ਰਿਹਾ ਤੂੰ, ਦੇਖ ਲੈ ਮੁੜ ਕੇ ਤੁਹਾਨੂੰ ਪਠਾਣਾ ਨੂੰ ਇੱਥੇ ਰਾਜ ਨਹੀਂ ਮਿਲਣਾ, ਮੁੜ ਕੇ ਹਿੰਦੁਸਤਾਨ ਦਾ ਤਖਤ ਨਸੀਬ ਨਹੀਂ ਹੋਵੇਗਾ। ਦੌਲਤਖਾਂ ਕਹਿੰਦਾ ਮਹਾਰਾਜ ਕੋਈ ਗੱਲ ਨਹੀਂ। ਮਹਾਰਾਜ ਕਹਿੰਦੇ ਜਾ ਫਿਰ ਖੁਰਾਸਾਨ ਦੇਸ਼ ਚਲਿਆ ਜਾ ਕਾਬਲ ਵਿੱਚ, ਉੱਥੇ ਮੁਗਲਾਂ ਦਾ ਬਾਦਸ਼ਾਹ ਬਾਬਰ ਤੇ ਉਸ ਨੂੰ ਲਾਇਆ ਹਿੰਦੁਸਤਾਨ, ਤੇ ਉਸ ਨੂੰ ਆਖੀ ਪਹਿਲਾਂ ਹਿੰਦੁਸਤਾਨ ਆ ਕੇ ਸਾਡੇ ਨਾਲ ਗੱਲ ਕਰੇ। ਜੇ ਉਸਨੇ ਸਾਡੇ ਨਾਲ ਗੱਲ ਨਾ ਕੀਤੀ, ਵਾਰਤਾ ਨਾ ਕੀਤੀ, ਸੰਧੀ ਨਾ ਕੀਤੀ, ਤੇ ਜੋ ਗੁਰੂ ਘਰ ਦੇ ਉੱਤੇ ਉਹਨਾਂ ਨੇ ਜ਼ੁਲਮ ਕੀਤੇ ਤੇ ਉਹਨਾਂ ਦੇ ਉੱਪਰ ਫਿਰ ਕੋਈ ਤੀਸਰਾ ਚੜ੍ਹ ਕੇ ਆਵੇਗਾ। ਦੌਲਤਖਾਂ ਕਾਬਲ ਦੇ ਦੇਸ਼ ਗਿਆ, ਬਾਬਰ ਨੂੰ ਸਾਰੀ ਕਥਾ ਦੱਸੀ ਕਿ ਹਿੰਦੁਸਤਾਨ ਦਾ ਰਾਜ ਡਾਵਾਂਡੋਲ ਹੋਇਆ ਪਿਆ, ਮੁਗਲਾਂ ਨੂੰ ਉੱਥੇ ਆਉਣ ਦਾ ਸੱਦਾ ਦਿੱਤਾ ਹੈ। ਬਾਦਸ਼ਾਹ ਬਾਬਰ ਤਿਆਰ ਹੋਇਆ ਹਿੰਦੁਸਤਾਨ 'ਤੇ ਹਮਲਾ ਕਰਨ ਲਈ। ਬਾਬਰ ਦੇ ਵਜ਼ੀਰ ਨੇ ਆਖਿਆ ਜੀ ਜੇ ਹਿੰਦੁਸਤਾਨ 'ਤੇ ਹਮਲਾ ਕਰਨਾ ਹੈ ਤਾਂ ਮੈਂ ਸੁਣਿਆ ਉੱਥੇ ਇੱਕ ਨਾਨਕ ਪੀਰ ਰਹਿੰਦੇ ਨੇ, ਉਹ ਬੜੇ ਕਰਾਮਾਤੀ ਨੇ, ਜਿਨ੍ਹਾਂ ਨੇ ਮੀਰਾਂ ਦੀ ਮੀਰੀ ਖਿੱਚ ਲਈ ਹੈ, ਪੀਰਾਂ ਦੀ ਪੀਰੀ ਹਰ ਲਈ ਹੈ, ਤੇ ਉਹਨਾਂ ਨੂੰ ਤੁਸੀਂ ਆਪਣੇ ਪੱਖੀ ਬਣਾ ਲਓ। ਦੌਲਤਖਾਂ ਕਹਿੰਦਾ ਮੈਂ ਪਹਿਲਾਂ ਹੀ ਉਹਨਾਂ ਤੋਂ ਪ੍ਰਵਾਨਗੀ ਲੈ ਕੇ ਆਇਆ ਹਾਂ। ਹੰਕਾਰ ਦਾ ਭਰਿਆ ਬਾਬਰ ਕਹਿੰਦਾ ਦੌਲਤਖਾਨ ਜੇ ਤੇਰਾ ਨਾਨਕ ਪੀਰ ਹੋਇਆ ਸੱਚਾ ਫਿਰ ਤਾਂ ਠੀਕ ਹੈ, ਜੇ ਉਹ ਸੱਚੇ ਨਾ ਹੋਏ ਤਾਂ ਮੈਂ ਉਹਨਾਂ ਨੂੰ ਧਰਤੀ ਦੇ ਵਿੱਚ ਗੱਡ ਦੇਵਾਂਗਾ, ਮੈਂ ਉਹਨਾਂ ਨੂੰ ਤਸੀਹੇ ਦੇਵਾਂਗਾ, ਮੁਸਲਮਾਨ ਬਣਾ ਲਵਾਂਗਾ। ਪਹਿਲੀ ਗੱਲ ਤਾਂ ਮੇਰਾ ਨਾਂ ਸੁਣ ਕੇ ਹੀ ਉਹਨਾਂ ਨੇ ਭੱਜ ਜਾਣਾ, ਮੈਂ ਪਰਤਿਆ ਕੇ ਵੇਖਾਂਗਾ ਵੀ ਉਹ ਸੱਚੇ ਨੇ ਜਾਂ ਝੂਠੇ ਨੇ। ਇੱਧਰੋਂ ਖੁਰਾਸਾਨ ਤੋਂ ਕਾਬਲ ਦੇਸ਼ ਤੋਂ ਬਾਬਰ ਚੜ੍ਹ ਕੇ ਆਉਂਦਾ ਤੇ ਇੱਧਰ ਹਿੰਦੁਸਤਾਨ ਦੇ ਧਰਤੀ ਦੇ ਉੱਤੇ ਐਮਨਾਬਾਦ ਰੋੜੀ ਸਾਹਿਬ ਦੇ ਅਸਥਾਨ ਤੇ ਧੰਨ ਗੁਰੂ ਨਾਨਕ ਦੇਵ ਮਹਾਰਾਜ ਰੋੜਾਂ ਦੀ ਸੇਜਾ ਤੇ ਬੈਠਦੇ ਨੇ ਤੇ ਮਰਦਾਨੇ ਨੂੰ ਆਖਦੇ ਮਰਦਾਨਿਆਂ ਰਬਾਬ ਛੇੜ ਬਾਣੀ ਆਈ ਹੈ। ਉਸ ਵੇਲੇ ਧੰਨ ਗੁਰੂ ਨਾਨਕ ਦੇਵ ਪਾਤਸ਼ਾਹ ਮਹਾਰਾਜ ਨੇ ਆਪਣੇ ਮੁਖ ਤੋਂ ਸ਼ਬਦ ਉਚਾਰੇ, ਖੁਰਾਸਾਨ ਖਸਮਾਨਾ ਕੀਆ ਹਿੰਦੁਸਤਾਨ ਡਰਾਇਆ, ਆਪੈ ਦੋਸ ਨਾ ਦੇਈ ਕਰਤਾ ਜਮ ਕਰ ਮੁਗਲ ਚੜਾਇਆ। ਇਹ ਸ਼ਬਦ ਮਹਾਰਾਜ ਨੇ ਉਚਾਰਨ ਕੀਤੇ। ਜੈਸੀ ਮੈਂ ਆਵੈ ਖਸਮ ਕੀ ਬਾਣੀ, ਤੈਸਰਾ ਕਰੀ ਗਿਆਨ ਵੇ ਲਾਲੋ, पाप की जंग लै काबलो धाया, जोरी मंगा दान वे लालो। जिन सिर सोहन पट्टियां मांगी पाए संदूर, से सिर काती मुन्निया न गल विच आवे धूर। ये चार शब्द महाराज ने उच्चारण किए जिन्होंने आपां बाबर बाणी आखदे हां। बाबर सैदपुरे आया, एमनाबाद बड़ा कतलेआम किया ते महाराज नूं मिलना चाहुंदा, कहंदा दिखा कित्थे आ तुहाडा नानक पीर। मेरा ना सुन के भज तां नहीं गए, जे वो भज भी गए ने तां उन्हां नूं मोड़ के वापस लाया। उन्हां नूं कह कि मैं उन्हां नूं जगीरां देवांगा, डरन दी लोड़ नहीं। दौलत खां ने देख लिया कि बाबर हंकार दे विच बोलदा। दौलत खां महाराज जी दे कोल गया, महाराज जी दे चरनां ते मत्था टेकिया। महाराज बाबर आ गया, महाराज बाबर आ गया तो आप जी नूं मिलना चाहुंदा है। महाराज कहंदे उसनूं कह ओ ना आवे, असीं आप आवांगे उहदे कोल, क्योंकि जे वो आया तो बड़ा कतलेआम करेगा, इत्थों दे पिंडां दे लोकां नूं मारेगा, इस करके असीं आप आवांगे। महाराज गए भाई मरदाने नूं नाल लै के, भाई मरदाने ने रबाब सुर की, महाराज ने बाणी गाई। जितनियां बाबर दियां फौजां गुरबाणी सुन के, रबाब की ताल सुन के मंत्र मुग्ध होईयां ने। बाबर नूं पता लगा कि नानक पीर जी आ गए ने। हुण बाबर कहंदा मैं मिलन जावां, पर कहंदा मैं सुनिया कि जिहड़े साधु महापुरुष आ पीर हुंदे ने, इन्हां नूं खाली हथ नहीं मिलना चाहिए, क्योंकि जे इन्हां नूं खाली हथ मिलीए तां अगों ये भी कुछ नहीं दिंदे।
ਡਾਕਟਰ, ਵੈਦ, ਰਾਜਾ ਤੇ ਸੰਤ ਮਹਾਂਪੁਰਸ਼, ਇਹਨਾਂ ਨੂੰ ਕਦੇ ਵੀ ਖਾਲੀ ਹੱਥ ਨਹੀਂ ਮਿਲਣਾ ਚਾਹੀਦਾ। ਇਹਨਾਂ ਦੇ ਕੋਲ ਖਾਲੀ ਹੱਥ ਨਹੀਂ ਜਾਣਾ ਚਾਹੀਦਾ। ਹੁਣ ਦੌਲਤ ਖਾਂ ਨੂੰ ਪੁੱਛਦਾ, ਦੌਲਤ ਖਾਂ ਮੈਂ ਕੀ ਲੈ ਕੇ ਜਾਵਾਂ? ਦੌਲਤ ਖਾਂ ਕਹਿੰਦਾ ਤੈਨੂੰ ਕੁਝ ਲਿਜਾਣ ਦੀ ਲੋੜ ਨਹੀਂ, ਮਹਾਰਾਜ ਕੁਝ ਨਹੀਂ ਲੈਂਦੇ, ਉਹ ਤਾਂ ਸਗੋਂ ਦਿੰਦੇ ਨੇ। ਦਿੰਦਾ ਦੇ ਲੈਂਦੇ ਤੱਕ ਪਾਹੇ, ਜੁਗਾ ਜੁਗੰਤਰ ਖਾਹੀ ਖਾਏ। ਬਾਬਰ ਉਹ ਕੁਝ ਨਹੀਂ ਲੈਂਦੇ, ਨਾ ਉਹਨਾਂ ਨੂੰ ਕੁਝ ਚਾਹੀਦਾ ਹੈ। ਤੇ ਬਾਬਰ ਕਹਿੰਦਾ ਫਿਰ ਇੱਦਾਂ ਕਰਦਾ, ਮੈਂ ਭੰਗ ਲੈ ਜਾਂਦਾ, ਕਿਉਂਕਿ ਇਹ ਜਿਹੜੇ ਪੀਰ ਫਕੀਰ ਹੁੰਦੇ ਨੇ ਮਸਤ ਮੋਲੇ ਜੇ, ਇਹ ਭੰਗ ਪੀਂਦੇ ਨੇ, ਭੰਗ ਦਾ ਨਸ਼ਾ ਕਰਕੇ ਫਿਰ ਇਹਨਾਂ ਦੀ ਸੁਰਤੀ ਟਿਕੀ ਰਹਿੰਦੀ ਹੈ। ਤੇ ਇੱਦਾਂ ਹੀ ਸੋਚਿਆ ਨਾ ਬਾਬਰ ਨੇ, ਤੇ ਆਪਣੇ ਨਾਲ ਭੰਗ ਦੀ ਇੱਕ ਥੈਲੀ ਲੈ ਲਈ। ਕਹਿੰਦਾ ਮੈਂ ਇਹੀ ਮਹਾਰਾਜ ਨੂੰ ਭੇਟਾ ਕਰਾਂਗਾ। ਚਲਿਆ ਗਿਆ। ਜਦੋਂ ਮਹਾਰਾਜ ਜੀ ਦੇ ਕੋਲ ਆਇਆ, ਆਂਦਿਆਂ ਨੂੰ ਮਹਾਰਾਜ ਜੀ ਨੇ ਆਖਿਆ, ਕਹਿੰਦੇ ਬਾਬਰ ਤੈਨੂੰ ਸਾਡੇ ਨਾਲ ਕਿਹੜੀ ਗੱਲ ਦਾ ਗੁੱਸਾ ਹੈ? ਬਾਬਰ ਇੱਕਦਮ ਹੈਰਾਨ ਕਿ ਮੈਂ ਤਾਂ ਹਜੇ ਕੁਝ ਬੋਲਿਆ ਨਹੀਂ ਤੇ ਮਹਾਰਾਜ ਜੀ ਨੂੰ ਕਿੰਨਾ ਪਤਾ ਲੱਗ ਗਿਆ। ਆਖਿਆ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਨੇ, ਬਾਬਰ ਸਾਨੂੰ ਪਰਖਣਾ ਚਾਹੁੰਦਾ? ਕੀ ਆਖ ਕੇ ਤੁਰਿਆ ਸੀ ਕਿ ਮੈਂ ਨਾਨਕ ਪੀਰ ਨੂੰ ਪਰਖਾਂਗਾ, ਜੇ ਉਹ ਕੱਚੇ ਨਿਕਲੇ ਉਹਨਾਂ ਨੂੰ ਧਰਤੀ ਵਿੱਚ ਗੱਡ ਦੇਵਾਂਗਾ। ਕੀ ਗੁੱਸਾ ਕੀਤਾ ਜੀ ਸਾਡੇ ਤੇ? ਖੜਿਆ ਸੀ, ਆਪਣਾ ਗੁੱਸਾ ਕੱਢ ਲੈ, ਪਰਤਿਆ ਲੈ ਸਾਨੂੰ, ਪਰਖ ਲੈ ਸਾਨੂੰ। ਤੂੰ ਕਰਾਮਾਤ ਵੇਖਣੀ ਚਾਹੁੰਦਾ ਹੈ, ਪਰ ਅਸੀਂ ਤੈਨੂੰ ਕਰਾਮਾਤ ਨਹੀਂ ਵਿਖਾਣੀ। ਤੁਹਾਡੇ ਇਸਲਾਮ ਧਰਮ ਦੇ ਵਿੱਚ ਕਰਾਮਾਤ ਦਿਖਾਉਣ ਵਾਲਿਆਂ ਨੂੰ ਪੀਰ ਆਖਿਆ ਜਾਂਦਾ ਹੋਵੇਗਾ, ਪਰ ਗੁਰੂ ਘਰ ਦੇ ਵਿੱਚ ਕਰਾਮਾਤ ਨਾ ਹੈ ਕਹਿਰ ਦਾ। ਹੁਣ ਜਿਸ ਪ੍ਰਕਾਰ ਬਾਬਰ ਅਤੇ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਵਿੱਚ ਵਾਰਤਾਲਾਪ ਹੋ ਰਹੀ ਹੈ, ਕਿਵੇਂ ਮੇਰੇ ਪਾਤਸ਼ਾਹ ਮਹਾਰਾਜ ਜਾਹਰ ਪੀਰ ਜਗਤਗੁਰ ਬਾਬਾ ਆ ਬਾਬਰ ਦਾ ਹੰਕਾਰ ਕਿੱਦਾਂ ਤੋੜਦੇ ਨੇ, ਉਸ ਕਥਾ ਨੂੰ ਸਰਵਣ ਕਰਨ ਲਈ ਮਨੋਬਿਰਤੀਆਂ ਉਸ ਬਾਬਾ ਨਾਨਕ ਸ਼ਾਹ ਫਕੀਰ ਦੇ ਚਰਨਾਂ ਵਿੱਚ ਟਿਕਾਈਏ। ਇਹ ਸਾਰੀ ਕਥਾ ਭਾਈ ਸਾਹਿਬ ਭਾਈ ਤਾਰੂ ਸਿੰਘ ਜੀ ਸੁਣਾ ਰਹੇ ਨੇ, ਜੇਲ੍ਹ ਦੇ ਵਿੱਚ, ਪੜਾਣੇ ਪਿੰਡ ਬੈਠੇ ਜੇਲ੍ਹ ਦੇ ਵਿੱਚ, ਤੇ ਉਹ ਸਾਰੀ ਕਥਾ ਸੁਣਾ ਰਹੇ ਨੇ। ਆਓ ਸਾਧ ਸੰਗਤ ਜੀ ਮਨ ਬਿਰਤੀਆਂ ਇਕਾਗਰ ਕਰਦਿਆਂ ਹੋਇਆਂ ਰਸਨਾ ਨੂੰ ਪਵਿੱਤਰ ਕਰੀਏ। ਗੁਰੂ ਦਰਬਾਰ ਦੇ ਵਿੱਚ ਹਾਜ਼ਰੀ ਲਵਾਉਂਦੇ ਆ ਸਮੂਹ ਮਾਈ ਭਾਈ ਆਖਣਾ ਕਰੀਏ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਚੋਪਈ ਕਰਾਮਾਤ ਹੋਏ ਜਾ ਕੇ ਪਾਹੀ। ਮਹਾਰਾਜ ਜੀ ਆਖਣ ਲੱਗੇ ਬਾਬਰ ਨੂੰ, ਕਹਿੰਦੇ ਜਿਹਦੇ ਕੋਲ ਕਰਾਮਾਤ ਹੁੰਦੀ ਹੈ ਨਾ, ਜਿਹਦੇ ਕੋਲ ਕੁਝ ਕੁ ਰਿੱਧੀਆਂ ਸਿੱਧੀਆਂ ਆ ਜਾਂਦੀਆਂ ਹਨ, ਆਪੇ ਕਿਉਂ ਨਾ ਕਰੈ ਪਾਤਸ਼ਾਹੀ। ਤੇ ਬਾਬਰ ਤੂੰ ਆਖਦਾ ਹੈ ਕਿ ਕਰਾਮਾਤ ਵਿਖਾਓ, ਜੇ ਤੁਹਾਡੇ ਖੁਦਾ ਦੇ ਵਿੱਚ ਜਿਨ੍ਹਾਂ ਨੂੰ ਤੂੰ ਧਿਆਉਣਾ ਪੈਗੰਬਰ ਦੇ ਵਿੱਚ ਕਰਾਮਾਤਾਂ ਨੇ, ਤੂੰ ਹੀ ਤਾਂ ਬਾਦਸ਼ਾਹ ਹੈ ਖੁਰਾਸਾਨ ਦਾ, ਤੇ ਤੂੰ ਪਾਤਸ਼ਾਹੀਆਂ ਕਿਉਂ ਨਹੀਂ ਕਰ ਲੈਂਦਾ? ਕਿਉਂਕਿ ਬਾਦਸ਼ਾਹ ਦੀ ਜਿਹੜੀ ਜ਼ੁਬਾਨ ਹੈ ਨਾ, ਉਹ ਵੀ ਇੱਕ ਕਰਾਮਾਤ ਹੈ। ਜੋ ਕੁਝ ਬਾਦਸ਼ਾਹ ਬੋਲ ਦਿੰਦਾ ਤੇ ਉਹੀ ਕੁਝ ਹੁੰਦਾ ਹੈ, ਪ੍ਰਜਾ ਨੂੰ ਉਹੀ ਕੁਝ ਕਰਨਾ ਪੈਂਦਾ। ਉਹ ਪੱਥਰ ਤੇ ਲਕੀਰ ਹੁੰਦਾ ਬਾਦਸ਼ਾਹ ਦਾ ਹੁਕਮ। ਕਹਿੰਦੇ ਬਾਦਸ਼ਾਹ ਬਾਬਰ ਤੋਰੀ ਜ਼ਬਾਨ ਵੀ ਤਾਂ ਕਰਾਮਾਤ ਹੈ, ਤੇ ਫਿਰ ਤੂੰ ਆਪਣੇ ਆਪ ਪਾਤਸ਼ਾਹੀ ਕਿਉਂ ਨਹੀਂ ਕਰ ਲੈਂਦਾ? ਕਰਾਮਾਤ ਕਹੋ ਪਾਸ ਰਸੂਲ। ਤੇ ਤੂੰ ਇਹ ਵੀ ਆਖਦਾ ਵੀ ਸਾਡੇ ਰਸੂਲ, ਸਾਡੇ ਪੈਗੰਬਰ ਮੁਹੰਮਦ ਸਾਹਿਬ ਕੋਲ ਸਾਰੀਆਂ ਕਰਾਮਾਤਾਂ ਹਨ। ਖੁਦਾਏ ਮਨ ਜਿਸ ਕਰੈ ਕਬੂਲ। ਜਿਨ੍ਹਾਂ ਨੂੰ ਤੂੰ ਖੁਦਾ ਮੰਨਦਾ ਹੈ, ਤੂੰ ਆਖਦਾ ਹੈ ਵੀ ਉਹਨਾਂ ਦੀ ਤਾਂ ਅੱਲਾਹ ਤਾਲਾ ਵੀ ਨਹੀਂ ਮੋੜਦਾ, ਤੇ ਫਿਰ ਆਪਣੇ ਮੁਹੰਮਦ ਸਾਹਿਬ ਤੋਂ ਹੀ ਮੰਗ ਲੈ। ਉਹਨਾਂ ਤੋਂ ਕਿਉਂ ਨਹੀਂ ਮੰਗਦਾ? ਕਿਉਂ ਤੂੰ ਫਿਰ ਸਾਡੇ ਕੋਲ ਆਇਆ ਹੈ? ਕਰਾਮਾਤ ਜੋ ਜਗਤ ਦਿਖਾਵੈ। ਜਿਹੜਾ ਵੀ ਕੋਈ ਔਲੀਆ ਅਵਤਾਰ ਪੀਰ ਪੈਗੰਬਰ ਇਸ ਦੁਨੀਆ ਨੂੰ ਆਪਣੀ ਕਰਾਮਾਤ ਦਿਖਾਉਂਦਾ ਹੈ, ਜਗਤ ਲੋਕ ਤਿਸ ਬਹੁ ਸੰਤਾਵੈ। ਤੇ ਫਿਰ ਜਗਤ ਦੇ ਲੋਕ ਉਸ ਨੂੰ ਬੜਾ ਦੁਖੀ ਕਰਦੇ ਨੇ। ਜਿਹੜਾ ਕੋਈ ਕਰਾਮਾਤ ਦਿਖਾਉਣ ਲੱਗ ਜਾਵੇ ਨਾ, ਤੇ ਦੁਨੀਆ ਦਾ ਤਾਂਤਾ ਲੱਗ ਜਾਂਦਾ, ਮੇਲਾ ਲੱਗ ਜਾਂਦਾ। ਬਾਬਾ ਜੀ ਆਹ ਕੁਝ ਕਰ ਦਿਓ, ਆਹ ਇਲਾਚੀਆਂ ਦੇ ਦਿਓ ਪੜ ਕੇ, ਆਹ ਪਾਣੀ ਦੇ ਦਿਓ ਫੂਕਾਂ ਮਾਰ ਕੇ, ਆਹ ਸਾਡਾ ਬੱਚਾ ਮਰ ਗਿਆ ਜਿਉਂਦਾ ਕਰ ਦਿਓ, ਕਾਰੋਬਾਰਾਂ 'ਚ ਵਾਧਾ ਕਰ ਦਿਓ। ਕਿਤਨਾ ਕੁਝ ਹੁੰਦਾ, ਕਿਉਂਕਿ ਕਰਾਮਾਤਾਂ ਨੂੰ ਦੁਨੀਆ ਮੱਥੇ ਟੇਕਦੀ।
ਜਿੱਥੇ ਕਰਾਮਾਤਾਂ ਹੁੰਦੀਆਂ ਨੇ ਉੱਥੇ ਲੋਕਾਂ ਦੀ ਭੀੜ ਲੱਗੀ ਰਹਿੰਦੀ ਹੈ। ਕਹਿੰਦੇ ਕਰਾਮਾਤਾਂ ਨੂੰ ਦੁਨੀਆ ਸਿਜਦਾ ਕਰਦੀ ਹੈ, ਨਜ਼ੀਕ ਰਹਿ ਜੋ ਕਉ ਖੁਦਾਏ। ਪਰ ਜਿਹੜਾ ਵੀ ਖੁਦਾ ਦੇ ਨਜ਼ਦੀਕ ਰਹਿੰਦਾ ਹੈ, ਸੁਣ ਬਾਬਰ, ਜਿਹੜਾ ਵੀ ਅਸਲ ਤੌਰ ਤੇ ਖੁਦਾ ਦੇ ਨੇੜੇ ਰਹਿੰਦਾ ਹੈ, ਕਰਾਮਾਤ ਤੇ ਦੂਰ ਪਰਾਏ। ਉਹ ਕਰਾਮਾਤਾਂ ਨਹੀਂ ਵਿਖਾਉਂਦਾ, ਉਹ ਕਰਾਮਾਤਾਂ ਤੋਂ ਦੂਰ ਰਹਿੰਦਾ ਹੈ। ਉਹਦੇ ਕੋਲ ਹੁੰਦਾ ਸਭ ਕੁਝ ਹੈ, ਰਿੱਧੀਆਂ ਸਿੱਧੀਆਂ ਹੁੰਦੀਆਂ ਨੇ, ਪਰ ਉਹ ਇਹਨਾਂ ਰਿੱਧੀਆਂ ਸਿੱਧੀਆਂ ਨੂੰ ਪ੍ਰਯੋਗ ਨਹੀਂ ਕਰਦੇ, ਸੁੱਤੇ ਸਿੱਧੀਏ ਵਰਤ ਜਾਂਦੀਆਂ ਨੇ। ਜਿਹੜਾ ਖੁਦਾ ਦੇ ਨੇੜੇ ਰਹਿੰਦਾ, ਮਹਾਰਾਜ ਆਖਦੇ ਹੋਣ ਨਜ਼ੀਕ ਖੁਦਾਏ ਦਾ ਭੇਤ ਨਾ ਕਿਸੇ ਦੇਣ। ਉਹ ਖੁਦਾ ਦੇ ਨੇੜੇ ਨਾ ਹੁੰਦੇ ਨੇ ਪਰ ਆਪਣਾ ਭੇਤ ਨਹੀਂ ਦੱਸਦੇ ਕਿਸੇ ਨੂੰ। ਜੇ ਚਾਹਣ ਤਾਂ ਇੱਕ ਖਿੰਨ ਦੇ ਵਿੱਚ ਧਰਤੀ ਉਲਟਾ ਕੇ ਰੱਖ ਸਕਦੇ ਨੇ। ਅਜਿਹੇ ਵੀ ਗੁਰਸਿੱਖ ਹੈ ਅੱਜ ਦੇ ਸਮੇਂ ਵਿੱਚ ਵੀ ਕਿ ਜੇ ਉਹ ਬਚਨ ਕਰ ਦੇਣ ਨਾ, ਉਹੀ ਬਚਨ ਉਸ ਵੇਲੇ ਪੂਰਾ ਹੋ ਜਾਂਦਾ ਹੈ, ਪਰ ਉਹ ਇਹਨਾਂ ਰਿੱਧੀਆਂ ਸਿੱਧੀਆਂ ਨੂੰ ਵਰਤਦੇ ਨਹੀਂ। ਰਿੱਧੀਆਂ ਸਿੱਧੀਆਂ ਉਹਨਾਂ ਦੇ ਗਲੇ ਦਾ ਸ਼ਿੰਗਾਰ ਬਣ ਕੇ ਰਹਿੰਦੀਆਂ ਨੇ। ਹਰ ਹਾਰ ਕੰਠ ਜਿਨੀ ਪਹਿਰਿਆ ਗੁਰਚਰਣੀ ਚਿਤ ਲਾਏ, ਤਿਨਾ ਪਿੱਛੇ ਰਿੱਧ ਸਿੱਧ ਫਿਰੈ ਉਹਨਾਂ ਚਲਣਾ ਤਮਾਏ। ਕਲਗੀਧਰ ਮਹਾਰਾਜ ਜੀ ਨੇ ਵੀ ਆਖਿਆ, ਤੇਗ ਬਹਾਦਰ ਸਿਮਰਿਆ ਘਰ ਨੌ ਨਿਧ ਆਵੈ ਧਾਰੇ। ਜਿਹੜਾ ਵੀ ਕੋਈ ਗੁਰੂ ਮਹਾਰਾਜ ਨੂੰ ਯਾਦ ਕਰਦਾ, ਉਹਦੇ ਘਰੇ ਰਿੱਧੀਆਂ ਸਿੱਧੀਆਂ ਤਾਂ ਆਪਣੇ ਭੱਜ ਕੇ ਆ ਜਾਂਦੀਆਂ ਆਪਣੇ ਆਪ। ਤੇ ਗੁਰੂ ਕੇ ਸਿੱਖਾਂ ਕੋਲ ਤਾਂ ਸੁੱਤੇ ਸਿੱਧ ਵਾਪਰਦੀਆਂ ਰਿੱਧੀਆਂ ਸਿੱਧੀਆਂ। ਕਹਿੰਦੇ ਭਾਈ ਜਿਹੜਾ ਰਿੱਧੀਆਂ ਸਿੱਧੀਆਂ ਵਰਤਾਉਂਦਾ ਹੈ, ਦਿਖਾਉਂਦਾ ਹੈ, ਉਹਦੇ ਨੇੜੇ ਰੱਬ ਨਹੀਂ ਹੁੰਦਾ। ਕਰਾਮਾਤ ਤੁਮ ਦੇਖੀ ਚਹੋ। ਹਾਂ, ਜੇ ਤੂੰ ਕਰਾਮਾਤ ਵੇਖਣੀ ਚਾਹੁੰਦਾ ਹੈ, ਤੁਹਾਡੇ ਧਰਮ ਦੇ ਵਿੱਚ ਕਰਾਮਾਤ ਵਿਖਾਉਣ ਵਾਲੇ ਨੂੰ ਪੀਰ ਮੰਨਿਆ ਜਾਂਦਾ ਹੈ। ਯਹ ਪੀ ਨਾਹੀ ਆਛੋ ਕਹੋ। ਤਾਂ ਫੇਰ ਇਹ ਸਾਡੇ ਲਈ ਤਾਂ ਚੰਗੀ ਗੱਲ ਨਹੀਂ ਕਿ ਅਸੀਂ ਤੈਨੂੰ ਕਰਾਮਾਤ ਵਿਖਾਈਏ। ਕਰਾਮਾਤ ਹੋਵੇ ਦੋ ਭਾਂਤ। ਕਰਾਮਾਤ ਦੋ ਤਰ੍ਹਾਂ ਨਾਲ ਵਰਤਦੀ ਹੈ। ਸੁਣ ਬਾਬਰ, ਮਹਾਰਾਜ ਜੀ ਸਮਝਾਉਂਦੇ ਕਿ ਕਰਾਮਾਤ ਉਹ ਦੋ ਪ੍ਰਕਾਰ ਨਾਲ ਵਰਤਦੀ ਹੈ। ਕਹਿ ਮਹਿਰੋ ਕਹਿ ਕਹਿਰੋ ਹੋ ਜਾਤ। ਕਹਿੰਦੇ ਜਿੱਥੇ ਕਰਾਮਾਤ ਵਰਤਦੀ ਹੈ ਉੱਥੇ ਦੋ ਕੰਮ ਹੁੰਦੇ ਨੇ, ਜਾਂ ਤਾਂ ਮਿਹਰ ਹੋ ਜਾਂਦੀ ਹੈ ਜਾਂ ਫਿਰ ਕਹਿਰ ਹੋ ਜਾਂਦਾ ਹੈ। ਬਸ ਦੋ ਕੰਮ ਵਰਤਦੇ ਨੇ। ਮੰਮੇ ਤੇ ਕੱਕੇ ਦਾ ਹੀ ਫਰਕ ਹੈ ਨਾ। ਜਿੱਥੇ ਕਰਾਮਾਤ ਵਰਤੇ ਜਾਂ ਤਾਂ ਉੱਤੇ ਮਿਹਰ ਹੋ ਜਾਂਦੀ ਹੈ, ਤੇ ਜਿੱਥੇ ਕਰਾਮਾਤ ਪੈ ਜੇ ਪੁੱਠੀ, ਆ ਕਾਲਾ ਜਾਦੂ, ਕਾਲਾ ਇਲਮ, ਬੰਗਾਲੀ ਜਾਦੂ, ਜਿੱਥੇ ਪੁੱਠਾ ਹੋ ਜਾਵੇ ਉੱਥੇ ਕਹਿਰ ਵੀ ਹੋ ਜਾਂਦਾ, ਆਪਣੇ ਘਰ ਫੂਕ ਲੈਂਦੇ ਨੇ। ਇਸ ਪ੍ਰਕਾਰ ਕਹਿੰਦੇ ਇਹ ਦੋ ਪ੍ਰਕਾਰ ਨਾਲ ਵਰਤਦੀ, ਜਾਂ ਤਾਂ ਕਹਿਰ ਹੋ ਜਾਂਦੀ ਹੈ ਜਾਂ ਫਿਰ ਮਿਹਰ ਹੋ ਜਾਂਦੀ ਹੈ। ਸੇਵਾ ਕਰੇ ਤੂੰ ਮਹਿਰ ਸੁਆਵੈ। ਹੁਣ ਦੱਸਦੇ ਨੇ ਮਹਾਰਾਜ, ਕਹਿੰਦੇ ਜਿਹੜਾ ਕੋਈ ਸੇਵਾ ਕਰਦਾ ਆਪਣੇ ਪਰਮੇਸ਼ਰ ਦੀ, ਆਪਣੇ ਅੱਲਾਹ ਤਾਲਾ ਦੀ, ਆਪਣੇ ਖੁਦਾ ਦੀ, ਆਪਣੇ ਭਗਵਾਨ ਦੀ, ਜਿਹੜਾ ਕੋਈ ਸੇਵਾ ਕਰਦਾ, ਇਹ ਸਭ ਤੋਂ ਵੱਡੀ ਮਿਹਰ ਹੈ। ਜਿੱਦ ਤੇ ਚਾਹੈ ਕਹਿਰ ਸੁਪਾਵੈ। ਤੇ ਜੇ ਕੋਈ ਬਿਨਾਂ ਸੇਵਾ ਤੋਂ ਕੁਝ ਲੈਣਾ ਚਾਹੇ, ਬਸ ਉਹ ਤਾਂ ਕਹਿਰ ਦੇ ਸਮਾਨ ਹੈ। ਜੇ ਕੋਈ ਧੱਕੇ ਨਾਲ ਲੈਣਾ ਚਾਹੇ ਨਾ, ਜਿਵੇਂ ਤੂੰ ਆਇਆ ਪਰਖਣਾ ਚਾਹੇ ਗੁਰੂ ਪੀਰਾਂ ਨੂੰ, ਉਹ ਤਾਂ ਫਿਰ ਕਹਿਰ ਦੇ ਸਮਾਨ ਹੁੰਦੀ ਹੈ। ਮਹਿਰ ਕਹਿਰ ਦੋ ਕਰਾਮਾਤ। ਇਸ ਕਰਕੇ ਬਾਦਸ਼ਾਹ ਬਾਬਰ ਮਿਹਰ ਅਤੇ ਕਹਿਰ ਇਹ ਦੋਵੇਂ ਕਰਾਮਾਤਾਂ ਹਨ। ਦੂਰ ਖੁਦਾ ਤੇ ਸੋਲੇ ਜਾਤ। ਤੇ ਕਰਾਮਾਤ ਚਾਹੇ ਮਿਹਰ ਦੀ ਹੋਵੇ ਚਾਹੇ ਕਹਿਰ ਦੀ ਹੋਵੇ, ਇਹ ਖੁਦਾ ਤੋਂ ਦੂਰ ਲੈ ਜਾਂਦੀ ਹੈ। ਜਿੱਥੇ ਸ਼ਕਤੀਆਂ ਜੀਆਂ ਵਰਤਣ ਨਾ, ਤੇ ਉੱਥੇ ਪਰਮਾਤਮਾ ਨਹੀਂ ਨੇੜੇ ਹੁੰਦਾ, ਕਿਉਂਕਿ ਫਿਰ ਦੁਨੀਆ ਪਰਮਾਤਮਾ ਨੂੰ ਭੁੱਲ ਕੇ ਉਸ ਬੰਦੇ ਨੂੰ ਮੱਥਾ ਟੇਕਣ ਲੱਗ ਜਾਂਦੀ ਹੈ। ਇਸ ਕਰਕੇ ਬਾਬਰ ਕਰਾਮਾਤ ਖੁਦਾ ਤੋਂ ਦੂਰ ਲੈ ਜਾਂਦੀ ਹੈ। ਦੋਹਰਾ ਕਹਿਰ ਪਾਤਸ਼ਾਹਨ ਕਾਰ ਹੈ, ਖੋਸ ਜੋਰਨ ਖਾਹੇ। ਕਹਿੰਦੇ ਬਾਦਸ਼ਾਹ ਬਾਬਰ ਜਿਹੜੀ ਕਰਾਮਾਤ ਤੇਰੇ ਵਿੱਚ ਹੈ ਤੇ ਤੂੰ ਵੀ ਕਹਿਰ ਵਰਤਾਉਂਦਾ ਹੈ, ਦੂਜਿਆਂ ਤੋਂ ਖੋ ਕੇ ਤੂੰ ਖਾਂਦਾ ਹੈ। ਕਹਿਰ ਕਰੇ ਜੋ ਫਕੀਰ ਹੋਏ, ਦੂਰ ਖੁਦਾ ਤੇ ਪਾਹੇ। ਤੇ ਉਹ ਫਕੀਰ ਕਾਹਦਾ ਜਿਹੜਾ ਕਰਾਮਾਤਾਂ ਦਿਖਾਵੇ, ਕਹਿਰ ਕਰੇ। ਉਹ ਫਕੀਰ ਨਹੀਂ, ਉਹ ਤਾਂ ਖੁਦਾ ਤੋਂ ਕੋਹਾਂ ਦੂਰ ਹੁੰਦਾ ਹੈ। ਬਾਦਸ਼ਾਹ ਬਾਬਰ ਉਹ ਫਕੀਰ ਨਹੀਂ ਕਹਿਲਾਇਆ ਜਾਂਦਾ, ਉਹ ਤਾਂ ਕੋਹਾਂ ਦੂਰ ਹੁੰਦਾ ਹੈ। ਤੇ ਸਾਧ ਸੰਗਤ ਜੀ, ਇੱਥੇ ਮਹਾਰਾਜ ਜੀ ਨੇ ਬਾਬਰ ਦੇ ਮੂੰਹ ਦੇ ਉੱਤੇ ਆਖਿਆ ਸੀ, ਬਾਬਰ ਤੂੰ ਬਾਬਰ ਨਹੀਂ, ਤੂੰ ਜਾਬਰ ਹੈ। ਚੱਲਿਆ ਖੁਰਾਸਾਨ ਤੋਂ ਤੇ ਹਿੰਦੁਸਤਾਨ ਦੀ ਧਰਤੀ ਤੱਕ ਤੂੰ ਕਤਲੇਆਮ ਕਰਦਾ ਆਇਆ ਹੈ।
ਇਸ ਕਰਕੇ ਬਾਬਰ ਤੂੰ ਬਾਬਰ ਨਹੀਂ ਤੂੰ ਜਾਬਰ ਹੈ। तब बाबर ने समझिया जो मैं चितवत आए। ਉਸ ਵੇਲੇ ਬਾਬਰ ਦੇ ਕੰਨ ਖੜੇ ਹੋਏ। ਬਾਬਰ ਨੇ ਸਮਝਿਆ, ਉਸ ਵੇਲੇ ਇਹਦਾ ਮੱਥਾ ਜਿਹਾ ਠਣਕਿਆ ਬਾਬਰ ਦਾ ਕਿ ਜਿੱਦਾਂ ਮੈਂ ਸੋਚਦਾ ਸੀ ਨਾ ਕਿ ਹਿੰਦੁਸਤਾਨ ਦੀ ਧਰਤੀ ਤੇ ਆਹ ਕਾਮਲ ਫਕੀਰ ਨੇ, ਕਹਿੰਦੇ ਵਾਕਈ ਇਹ ਉਸੇ ਤਰ੍ਹਾਂ ਦੇ ਹਨ ਜਿਨ੍ਹਾਂ ਨੂੰ ਮੇਰੇ ਬੋਲਣ ਤੋਂ ਬਿਨਾਂ ਮੇਰਾ ਪਤਾ ਲੱਗ ਗਿਆ ਕਿ ਮੈਂ ਕੀ ਸੋਚ ਕੇ ਤੁਰਿਆ ਸੀ ਕਾਬਲ ਤੋਂ। ਵਾਕਿਆ ਹੀ ਇਹ ਕਾਮਲ ਪੀਰ ਹਨ। है सब जानी जान यह सब हम देव बताए। ਇਹ ਬੜਾ ਹੈਰਾਨ ਹੋਇਆ ਬਾਬਰ, ਕਹਿੰਦਾ ਇਹ ਤਾਂ ਜਾਣੀ ਜਾਣ ਨੇ, ਬਿਨਾਂ ਮੇਰੇ ਮੂੰਹ ਖੋਲੇ, ਬਿਨਾਂ ਮੇਰੇ ਕੁਝ ਕਹੇ ਇਹਨਾਂ ਨੇ ਸਭ ਕੁਝ ਦੱਸ ਦਿੱਤਾ ਜੋ ਮੇਰੇ ਮਨ ਦੇ ਅੰਦਰ ਚੱਲਦਾ। ਇਹਨਾਂ ਨੇ ਸਭ ਕੁਝ ਪ੍ਰਗਟ ਕਰਕੇ ਦੱਸ ਦਿੱਤਾ। जो पई देख दीदार को निश्चा आया। ਉਸ ਵੇਲੇ ਬਾਬਰ ਨੂੰ ਭਰੋਸਾ ਆਇਆ। ਹਲੇ ਪੂਰੀ ਤਰ੍ਹਾਂ ਭਰੋਸਾ ਹਜੇ ਵੀ ਨਹੀਂ ਬੰਨਿਆ ਇਹਦਾ, ਪਰ ਬਾਬਰ ਨੂੰ ਉਸ ਵੇਲੇ ਥੋੜਾ ਨਿਸ਼ਚਾ ਆਇਆ ਵੀ ਇਹ ਗੁਰੂ ਨਾਨਕ ਦੇਵ ਮਹਾਰਾਜ ਵਾਕਿਆ ਹੀ ਪੀਰਾਂ ਦੇ ਪੀਰ ਹਨ। नजीक है यह सच खुदाया। ਵੇਖ ਲਿਆ ਬਾਬਰ ਨੇ ਕਿ ਇਹ ਖੁਦਾ ਦੇ ਨੇੜੇ ਰਹਿਣ ਵਾਲੇ ਨੇ, ਖੁਦਾ ਇਹਨਾਂ ਦੇ ਨੇੜੇ ਵਸਦਾ ਹੈ। खुदाए या मैं भेद कछ नाही। ਇਹਨਾਂ ਵਿੱਚ ਤੇ ਖੁਦਾ ਦੇ ਵਿੱਚ ਕੋਈ ਭੇਦ ਨਹੀਂ ਹੈ, ਇਹ ਬਾਬਰ ਆਖਦਾ ਹੈ। ਧੰਨ ਗੁਰੂ ਨਾਨਕ ਦੇਵ ਮਹਾਰਾਜ ਵਿੱਚ ਅਤੇ ਖੁਦਾ ਦੇ ਵਿੱਚ, ਅੱਲਾ ਦੇ ਵਿੱਚ ਕੋਈ ਭੇਦ ਨਹੀਂ। ਇਸੇ ਕਰਕੇ ਭੱਟਾਂ ਨੇ ਆਖਿਆ ਆਪ ਨਾਰਾਇਣ ਕਲਾ ਧਾਰ ਜਗ ਮੈਂ ਪਰਵਰਿਓ, ਕਿ ਉਹ ਅੱਲਾ ਤਾਲਾ ਅਕਾਲ ਪੁਰਖ ਪਰਮੇਸ਼ਰ ਆਪ ਜਗਤ ਦੇ ਵਿੱਚ ਪ੍ਰਕਾਸ਼ ਧਾਰਿਆ ਹੈ। अब मैं इसते मंगो पातशाही। ਤੇ ਬਾਬਰ ਮਨ ਦੇ ਵਿੱਚ ਸੋਚਦਾ, ਕਹਿੰਦਾ ਹੁਣ ਮੈਂ ਇਸ ਪੀਰ ਤੋਂ ਬਾਦਸ਼ਾਹੀ ਮੰਗਾਂਗਾ। ਕਿਉਂਕਿ ਵੇਖੋ ਨਾਮਦਾਨ ਨਹੀਂ ਮੰਗਦਾ, ਕੋਈ ਖੁਦਾ ਦੀ ਗੱਲ ਨਹੀਂ ਕਰਦਾ। ਜੋ ਮੰਗਣ ਆਇਆ ਸੀ, ਜੋ ਇਹਦੇ ਮਨ ਦੇ ਵਿੱਚ ਸੀ, ਕਹਿੰਦਾ ਮੈਂ ਹੁਣ ਇਹਨਾਂ ਤੋਂ ਹਿੰਦੁਸਤਾਨ ਦਾ ਰਾਜ ਮੰਗਾਂਗਾ। कबूल पर जो इसे ਤੇ दुआए। ਕਹਿੰਦੇ ਕੀ ਪਤਾ ਇਹਨਾਂ ਦੀ ਦੁਆ ਕਬੂਲ ਹੋ ਜਾਵੇ, ਤੇ ਆਪਣੇ ਮੁਖ ਤੋਂ ਜੋ ਬਚਨ ਕਹਿਣ ਕੀ ਪਤਾ ਇਹਨਾਂ ਦੀ ਦੁਆ ਕਬੂਲ ਹੋ ਜਾਵੇ, ਉਹ ਬਚਨ ਪੂਰਾ ਹੋ ਜਾਵੇ। तो मेरो सब काम बन जाए। ਕਹਿੰਦੇ ਮੇਰਾ ਤਾਂ ਕੰਮ ਬਣਨਾ ਚਾਹੀਦਾ ਹੈ ਨਾ, ਮੇਰਾ ਕੰਮ ਜਿਹੜਾ ਮਰਜ਼ੀ ਬਣਾ ਦੇਵੇ। ਪੰਜਾਬੀ 'ਚ ਕਹਾਵਤ ਹੈ ਆਪਣਾ ਉੱਲੂ ਸਿੱਧਾ ਕਰਨਾ, ਵੀ ਆਪਾਂ ਦਾ ਘਿਓ ਕੱਢਣਾ ਚਾਹੇ ਸਿੱਧੀ ਉਂਗਲੀ ਨਾਲ ਨਿਕਲੇ ਚਾਹੇ ਟੇਢੀ ਉਂਗਲੀ ਨਾਲ, ਆਪਾਂ ਦਾ ਘਿਓ ਤੋਂ ਮਤਲਬ ਹੈ। ਤੇ ਕਹਿੰਦੇ ਆਪਾਂ ਦਾ ਆਪਣਾ ਕੰਮ ਸਵਾਰਨਾ ਹੈ, ਕੀ ਪਤਾ ਇਹਨਾਂ ਦੇ ਕਹਿਣ ਨਾਲ ਮੈਨੂੰ ਹਿੰਦੁਸਤਾਨ ਦੀ ਬਾਦਸ਼ਾਹੀ ਮਿਲ ਜਾਵੇ। ओ इस दुआए जनाहे ਤੇ पुजाए। ਕਹਿੰਦੇ ਜੇ ਇਹਨਾਂ ਤੋਂ ਕੰਮ ਨਾ ਸਰਿਆ, ਮੰਨ ਲਓ ਹੁਣ ਬਾਬਰ ਇਹ ਵੀ ਸੋਚਦਾ ਹੈ, ਹਜੇ ਭਰੋਸਾ ਪੂਰਾ ਤਰ੍ਹਾਂ ਨਹੀਂ। ਕਹਿੰਦਾ ਮੰਨ ਲਓ ਜੇ ਇਹਨਾਂ ਤੋਂ ਦੁਆ ਇਹਨਾਂ ਦੀ ਨਾ ਸਰੀ, ਇਹਨਾਂ ਦੀ ਦੁਆ ਨਾ ਕਬੂਲ ਹੋਈ, तो हमरो कुछ पल्लियो न ਤੇ जाए। ਕਹਿੰਦੇ ਮੇਰੇ ਪੱਲੇ ਤੋਂ ਕੀ ਜਾਣਾ, ਮੇਰਾ ਕਿਹੜਾ ਤੇਲ ਫੁਕਦਾ, ਮੇਰੇ ਪੱਲੇ ਤੋਂ ਕੀ ਜਾਵੇਗਾ। ਮੈਂ ਤਾਂ ਇਹਨਾਂ ਨੂੰ ਬੇਨਤੀ ਕਰਨੀ ਹੈ, ਕਬੂਲ ਹੋਗੀ ਤਾਂ ਠੀਕ ਹੈ, ਵਾਰੇ ਨਿਆਰੇ ਨੇ, ਤੇ ਜੇ ਕਬੂਲ ਨਾ ਹੋਈ ਤਾਂ ਮੇਰਾ ਕਿਹੜਾ ਕੁਝ ਘਟ ਜਾਣਾ ਹੈ। खोटे बचन कह कि मैं बिखो ਤੇ बोवे। ਕਹਿੰਦੇ ਵੀ ਇਹਨਾਂ ਨਾਲ ਹੁਣ ਮੈਂ ਮਾੜੇ ਬਚਨ ਨਹੀਂ ਬੋਲਣੇ। ਮਾੜੇ ਬਚਨਾਂ ਨਾਲ ਕੰਮ ਜਿਹੜਾ ਵਿਗੜ ਜਾਇਆ ਕਰਦਾ, ਕੰਮ ਉਹ ਵਿਗੜ ਜਾਂਦਾ ਹੈ ਮਾੜੇ ਬਚਨ ਬੋਲਣ ਨਾਲ। मिठे बच कह कि न है हो जोवे। ਕਹਿੰਦੇ ਜੇ ਮੈਂ ਮਿੱਠੇ ਬਚਨ ਬੋਲਾਂ, ਇਹਨਾਂ ਦੀ ਚਾਪਲੂਸੀ ਕਰਾਂ, ਖੁਸ਼ਾਮਦ ਕਰਾਂ, ਤੇ ਫਿਰ ਕਿਉਂ ਨਾ ਮੇਰਾ ਕੰਮ ਸਰ ਜਾਵੇ। ਇਸ ਕਰਕੇ ਮਿੱਠੀ ਬਾਣੀ ਮੈਂ ਇਹਨਾਂ ਦੇ ਅੱਗੇ ਬੋਲਾਂ। तब बाबर आए दो कर जोरे। ਤੇ ਬਾਬਰ ਨੇ ਨਾ ਆਪਣੇ ਹੱਥ ਜੋੜ ਲਏ, ਬਾਦਸ਼ਾਹ ਬਾਬਰ ਕਾਬਲ ਦਾ, ਤੇ ਗੁਰੂ ਨਾਨਕ ਮਹਾਰਾਜ ਜੀ ਦੇ ਅੱਗੇ ਹੱਥ ਜੋੜ ਕੇ ਖੜਾ ਹੈ। गरजे अपनी मुखों मिठ ਤੇ बोरे। ਫਿਰ ਜੋ ਇਹਦੇ ਮਨ ਦੇ ਅੰਦਰ ਫਰੇਬ ਸੀ, ਉਹ ਫਰੇਬ ਇਹਨੇ ਮਿੱਠੀ ਬੋਲੀ ਦੇ ਵਿੱਚ ਬੋਲਿਆ। ਮਿੱਠੀਆਂ ਜੀਆਂ ਗੱਲਾਂ ਕਰਕੇ ਨਾ ਮਹਾਰਾਜ ਜੀ ਨੂੰ ਬੋਲਦਾ ਕਹਿੰਦਾ ਹੈ, आयो मैं तब कदमा पास। ਕਹਿੰਦਾ ਮਹਾਰਾਜ ਜੀ ਮੈਂ ਤੁਹਾਡੇ ਚਰਨਾਂ ਦੇ ਵਿੱਚ ਆਇਆ ਕਾਬਲ ਤੋਂ ਚੱਲ ਕੇ। ਐ ਨਾਨਕ ਪੀਰ ਜੀ, ਗੁਰੂ ਨਾਨਕ ਮਹਾਰਾਜ ਜੀ ਨੂੰ ਇਹ ਪੀਰ ਹੀ ਸੱਦਦੇ ਨੇ। ਹੁਣ ਤੱਕ ਵੀ ਪੀਰ ਆਖਿਆ ਜਾਂਦਾ ਗੁਰੂ ਨਾਨਕ ਮਹਾਰਾਜ ਜੀ ਨੂੰ ਅਰਬ ਦੇਸ਼ਾਂ ਦੇ ਵਿੱਚ। ਐ ਨਾਨਕ ਪੀਰ ਜੀ ਮੈਂ ਆਪ ਜੀ ਦੇ ਚਰਨਾਂ ਪਾਸ ਆਇਆ ਹਾਂ। पूरन कीजै हमरी आस। ਐ ਗੁਰੂਦੇਵ ਕਿਰਪਾ ਕਰਕੇ ਮੇਰੀ ਆਸ ਪੂਰਨ ਕਰੋ। मैं सुनियो तुम हिंदू बड़ पीर। ਮੈਂ ਸੁਣਿਆ ਵੀ ਤੁਸੀਂ ਹਿੰਦੁਸਤਾਨ ਤੇ ਸਭ ਤੋਂ ਵੱਡੇ ਪੀਰ ਹੋ, तुम पे आयो होए अधीर। ਤੇ ਮੈਂ ਤੁਹਾਡੇ ਕੋਲ ਬੜੀ ਜਾਚਨਾ ਲੈ ਕੇ ਆਇਆ, ਬੜਾ ਨਿਮਾਣਾ ਜਿਹਾ ਹੋ ਕੇ ਆਇਆ ਹਾਂ। दोहरा
ਜੋ ਸੁਣਿਓ ਸੋ ਦੇਖਿਓ ਤੂੰ ਪੀਰਨ ਸਿਰ ਪੀਰ। ਹੁਣ ਮਿੱਠੀਆਂ ਗੱਲਾਂ ਕਰਦਾ ਭਰਮਾਉਣ ਲੱਗਾ ਮਹਾਰਾਜ ਜੀ ਨੂੰ। ਗੁਰੂ ਨਾਨਕ ਪਾਤਸ਼ਾਹ ਮਹਾਰਾਜ ਨੂੰ ਕਹਿੰਦਾ, ਮਹਾਰਾਜ ਮੈਂ ਬੜਾ ਸੁਣਿਆ ਸੀ ਲੋਕਾਂ ਕੋਲੋਂ, ਦੌਲਤ ਖਾਂ ਲੋਧੀ ਕੋਲੋਂ, ਆਪਣੇ ਵਜ਼ੀਰ ਕੋਲੋਂ ਵੀ ਤੁਸੀਂ ਪੀਰਾਂ ਦੇ ਪੀਰ ਹੋ। ਤੇ ਮਹਾਰਾਜ ਉਹ ਸਾਰੀਆਂ ਗੱਲਾਂ ਮੈਂ ਆਪਣੀਆਂ ਅੱਖਾਂ ਨਾਲ ਵੇਖ ਚੁੱਕਾ ਹਾਂ। ਤੁਮ ਦੀਦਾਰ ਕੇ ਪੇਖਣੇ ਪਿਓ ਮੇਰੋ ਮਨ ਧੀਰ। ਮਹਾਰਾਜ ਤੁਹਾਡੇ ਦੀਦਾਰ ਕਰਨ ਨਾਲ ਮੇਰੇ ਮਨ ਨੂੰ ਧੀਰਜ ਆ ਗਿਆ, ਮੇਰਾ ਮਨ ਸ਼ਾਂਤ ਹੋ ਗਿਆ। ਮਹਾਰਾਜ ਮੇਰੇ ਮਨ ਨੂੰ ਸੁਖ ਆ ਗਿਆ। ਦਰਸ਼ਨ ਪਰਸਿਆ ਗੁਰੂ ਕੈ ਜਨਮ ਮਰਨ ਦੁਖ ਜਾਏ। ਮਹਾਰਾਜ ਤੁਹਾਡੇ ਦੀਦਾਰ ਕਰਨ ਨਾਲ ਮੈਨੂੰ ਸੁਖ ਮਿਲ ਗਿਆ। ਜੋ ਪਈ ਜੈਸੋ ਸੁਣਿਓ ਤੈਸੋ ਦੇਖਿਓ। ਮਹਾਰਾਜ ਜਿਵੇਂ ਮੈਂ ਸੁਣਿਆ ਮੈਂ ਉਸ ਜਿਹੀ ਤੁਹਾਨੂੰ ਵੇਖਿਆ, ਮੈਂ ਪਰਤਾ ਲਿਆ ਤੁਹਾਨੂੰ, ਮੈਂ ਪਰਖ ਕੇ ਵੇਖ ਲਿਆ ਤੁਹਾਨੂੰ। ਮਹਾਰਾਜ ਜੈਸਾ ਸਤਿਗੁਰ ਸੁਣੀਦਾ ਤੈਸੋ ਹੀ ਮੈਂ ਡੀਠ। ਮਹਾਰਾਜ ਜਿਵੇਂ ਮੈਂ ਲੋਕਾਂ ਤੋਂ ਸੁਣ ਕੇ ਆਇਆ, ਕਾਬਲ ਤੋਂ ਚੱਲਦਾ ਚੱਲਦਾ, ਬਿਲਕੁਲ ਤੁਸੀਂ ਉਸੇ ਪ੍ਰਕਾਰ ਦੇ ਹੋ। ਪੀਰਨ ਸਿਰ ਤੂੰ ਪੀਰ ਭਰੇਖਿਓ। ਮਹਾਰਾਜ ਮੈਂ ਇਹ ਨਿਸ਼ਚਾ ਕਰ ਲਿਆ ਆਪ ਜੀ ਪੀਰਾਂ ਨਾਲੋਂ ਵੱਡੇ ਪੀਰ ਹੋ। ਜੋ ਜੋ ਬਾਤ ਦੌਲਤ ਖਾਂ ਤੇ ਕਹੀ। ਮਹਾਰਾਜ ਦੌਲਤ ਖਾਂ ਜਿਹੜਾ ਆਇਆ ਸੀ ਮੇਰੇ ਕੋਲ, ਜਿਹਨੇ ਮੈਨੂੰ ਰਸਤਾ ਦਿਖਾਇਆ ਹਿੰਦੁਸਤਾਨ ਦਾ, ਜਿਹੜੀਆਂ ਗੱਲਾਂ ਇਸਨੇ ਆਖੀਆਂ ਸਨ ਮੈਂ ਅਬ ਨੈਣਨ ਦੇਖੀ ਵਹੀ। ਮਹਾਰਾਜ ਉਹ ਗੱਲਾਂ ਹੁਣ ਮੈਂ ਆਪਣੇ ਨੈਣਾਂ ਨਾਲ ਵੇਖ ਲਈਆਂ ਨੇ। ਉਹ ਗੱਲਾਂ ਮੈਂ ਆਪਣੀਆਂ ਅੱਖਾਂ ਨਾਲ ਪਰਤਿਆ ਕੇ ਵੇਖ ਲਈਆਂ। ਦੌਲਤ ਖਾਂ ਨੇ ਹਮੈ ਸੁਣਾਈ। ਜਿਵੇਂ ਦੌਲਤ ਖਾਂ ਨੇ ਮੈਨੂੰ ਜੋ ਕੁਝ ਸੁਣਾਇਆ ਸੀ। ਪਠਾਨੋ ਗੁਰ ਸਿੱਖ ਦਏ ਤੇ ਮਰਾਈ। ਮਹਾਰਾਜ ਦੌਲਤ ਖਾਂ ਨੇ ਆਖਿਆ ਵੀ ਹੁਣ ਗੁਰੂ ਮਹਾਰਾਜ ਜੀ ਨੇ ਪਠਾਨਾਂ ਦੀ ਸ਼ਕਤੀ ਖਤਮ ਕਰ ਦੇਣੀ ਹੈ। ਸਤਿਗੁਰ ਕੋਪੀ ਕਰੀ ਪਠਾਨਨ। ਕਿਉਂਕਿ ਗੁਰੂ ਮਹਾਰਾਜ ਜੀ ਨੇ ਹੁਣ ਕਰੋਪੀ ਵਰਤਾਈ ਹੈ, ਹੁਣ ਕਹਿਰ ਦੀ ਦ੍ਰਿਸ਼ਟੀ ਵਰਤਾਈ ਹੈ ਇਹਨਾਂ ਪਠਾਣਾ ਲੋਧੀਆਂ ਵੱਲ। ਹਿੰਦ ਪਾਤਸ਼ਾਹਿਓ ਦੂਰ ਕਰਾਨਨ। ਤੇ ਇਹਨਾਂ ਪਠਾਣਾ ਤੋਂ ਲੋਧੀਆਂ ਤੋਂ ਹਿੰਦੁਸਤਾਨ ਦੀ ਪਾਤਸ਼ਾਹੀ ਖੋ ਲੈਣੀ ਹੈ। ਮੁਗਲਨ ਕੋ ਗੁਰ ਚਹਿਓ ਬੁਲਾਨਨ। ਤੇ ਇਹਨਾਂ ਤੋਂ ਖੋ ਕੇ ਮੁਗਲਾਂ ਨੂੰ ਦੇ ਦੇਣੀ ਹੈ, ਸਾਨੂੰ ਦੇ ਦੇਣੀ ਹੈ। ਇਸੇ ਕਰਕੇ ਮਹਾਰਾਜ ਤੁਸੀਂ ਸਾਨੂੰ ਇੱਥੇ ਬੁਲਾਇਆ ਹੈ। ਆਪੇ ਸਭ ਤੁਮ ਜਾਣੀ ਜਾਣਨ। ਮਹਾਰਾਜ ਤੁਸੀਂ ਤਾਂ ਜਾਣੀ ਜਾਣੋ, ਸਭ ਕੁਝ ਆਪ ਜੀ ਨੂੰ ਗਿਆਤ ਹੈ। ਮਾਇਓ ਹੋ ਤੁਸਾ ਤੇ ਬੁਲਾਏ। ਮਹਾਰਾਜ ਤੁਹਾਡੇ ਸੱਦੇ ਦੇ ਉੱਤੇ, ਦੌਲਤ ਖਾਂ ਨਵਾਬ ਦੇ ਕਹਿਣ ਦੇ ਉੱਤੇ ਮੈਂ ਆਇਆ ਕਾਬਲ ਤੋਂ ਚੱਲ ਕੇ। ਦੌਲਤ ਖਾਂ ਤੇ ਲਿਓ ਪੁਛਾਏ। ਮਹਾਰਾਜ ਦੌਲਤ ਖਾਂ ਤੋਂ ਪੁੱਛ ਲਿਓ ਚਾਹੇ। ਦੌਲਤ ਖਾਂ ਮੈਨੂੰ ਇਹ ਲੈ ਕੇ ਆਇਆ ਹਿੰਦੁਸਤਾਨ ਵਿੱਚ। ਨਾਮ ਤੁਮੈ ਕਹਿ ਮੋਹ ਚੜਾਇਓ। ਮਹਾਰਾਜ ਜੀ ਤੁਹਾਡਾ ਨਾਂ ਕਹਿ ਕੇ ਮੈਨੂੰ ਚੜਾ ਕੇ ਲਿਆਇਆ ਹਿੰਦੁਸਤਾਨ ਵਿੱਚ। ਤੁਮੈ ਲਾਜ ਜੋ ਤੁਮੈ ਬੁਲਾਇਓ। ਮਹਾਰਾਜ ਜੀ ਹੁਣ ਤੁਹਾਨੂੰ ਲਾਜ ਹੈ, ਜੇ ਤੁਸੀਂ ਮੈਨੂੰ ਬੁਲਾਇਆ ਤੇ ਕਿਰਪਾ ਕਰਕੇ ਮੇਰਾ ਕੰਮ ਵੀ ਰਾਸ ਕਰੋ। ਹਿੰਦ ਤਖਤ ਪਰ ਮੋਹੇ ਬਹਾਏ। ਆਖਣ ਲੱਗਾ ਬਾਬਰ। ਹੁਣ ਇਹਨੇ ਆਪਣੀ ਟਿਕਾਣੇ ਦੀ ਗੱਲ ਕਹੀ। ਕਹਿੰਦਾ ਮਹਾਰਾਜ ਜੀ ਤੁਸੀਂ ਮੈਨੂੰ ਬੁਲਾਇਆ, ਦੌਲਤ ਖਾਂ ਦੇ ਸੱਦੇ ਤੇ ਮੈਂ ਆਇਆ, ਲੋਧੀਆਂ ਦਾ ਰਾਜ ਖਤਮ ਕਰਨਾ। ਮਹਾਰਾਜ ਹਿੰਦੁਸਤਾਨ ਦੇ ਤਖਤ ਦੇ ਉੱਤੇ ਹੁਣ ਮੈਨੂੰ ਬਿਠਾਉਣਾ ਕਰੋ। ਬਾਈ ਸੁਬਹ ਨਾਲ ਦਿਵਾਏ। ਮਹਾਰਾਜ ਨਾਲੇ ਹਿੰਦੁਸਤਾਨ ਦੇ 22 ਵੱਡੇ ਸੂਬੇ ਉਹ ਵੀ ਮੇਰੇ ਨਾਂ ਕਰਵਾ ਦਿਓ। ਦੋਹਰਾ ਮਾਇਓ ਯਹ ਮੁਰਾਦ ਕਰ ਕਰੋ ਤੁਮੈ ਨਿਜ ਪੀਰ। ਮਹਾਰਾਜ ਮੈਂ ਇਹ ਮੁਰਾਦ ਲੈ ਕੇ ਆਇਆ, ਇਹ ਮੈਂ ਅਰਜ ਲੈ ਕੇ ਆਇਆ, ਸੁਖਣਾ ਮੰਗ ਕੇ ਆਇਆ। ਮੈਂ ਤੁਹਾਨੂੰ ਮੈਂ ਪੀਰ ਮੰਨਿਆ ਹੈ, ਪੀਰ ਤੇ ਆਇਆ ਹੈ। ਹਮੈ ਦਿਵਾਵੋ ਤਖਤ ਹਿੰਦ ਸੂਬੇ ਤਾਬੇ ਗੀਰ। ਮਹਾਰਾਜ ਮੈਨੂੰ ਹਿੰਦੁਸਤਾਨ ਦਾ ਤਖਤ ਦਵਾ ਦਿਓ। ਵੇਖੋ ਸਾਧ ਸੰਗਤ ਜੀ, ਇਹ ਹੈ ਅਸਲ ਸੱਚਾਈ। ਬਾਦਸ਼ਾਹ ਬਾਬਰ ਆਪ ਗਿੜਗੜਾ ਕੇ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਤੋਂ ਹਿੰਦੁਸਤਾਨ ਦਾ ਤਖਤ ਪਿਆ ਮੰਗਦਾ ਹੈ। ਮਹਾਰਾਜ ਮੈਨੂੰ ਹਿੰਦੁਸਤਾਨ ਦੀ ਬਾਦਸ਼ਾਹੀ ਦੇ ਦਿਓ। ਆ ਜਿਤਨੇ 22 ਸੂਬੇ ਨੇ ਉਹ ਮੇਰੇ ਤਾਬੇਦਾਰ ਕਰ ਦਿਓ। ਚੋਪਈ ਤੋ ਬਾਬੇ ਬਾਬਰ ਸੋ ਕਹਿਓ। ਉਸ ਵੇਲੇ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਯਾਰ ਪੀਰ ਜਗਤਗੁਰ ਬਾਬਾ ਬਾਬਰ ਨੂੰ ਬੋਲੇ, ਕਹਿਣ ਲੱਗੇ ਤੁਮ ਪਾਤਸ਼ਾਹੀ ਪਕੰਬਰੋ ਚਾਹੋ। ਮਹਾਰਾਜ ਨੂੰ ਪਤਾ ਸੀ ਕਿਹੜੇ ਮਨਸੂਬੇ ਲੈ ਕੇ ਆਇਆ, ਬਾਬਰ ਕੀ ਸੋਚਦਾ। ਮਹਾਰਾਜ ਜੀ ਆਕੇ ਕਹਿੰਦੇ ਬਾਬਰ ਤੂੰ ਤਾਂ ਕਹਿੰਦਾ ਸੀ ਵੀ ਸਾਨੂੰ ਪਾਤਸ਼ਾਹੀ ਸਾਡੇ ਰਸੂਲ ਨੇ ਦਿੱਤੀ ਹੈ, ਪੈਗੰਬਰ ਮੁਹੰਮਦ ਸਾਹਿਬ ਨੇ ਦਿੱਤੀ ਹੈ, ਤੂੰ ਤਾਂ ਇਦਾਂ ਸੋਚਿਆ ਮਨ ਦੇ ਵਿੱਚ। ਬਾਬਰ ਕਹਿਓ ਪਿਕੰਬਰ ਦੂਰ। ਤੇ ਬਾਬਰ ਕਹਿਣ ਲੱਗਾ ਹਾਂਜੀ ਮਹਾਰਾਜ ਮੈਂ ਇਹ ਸੁਖਿਆ ਤਾਂ ਸੀ, ਪਰ ਮਹਾਰਾਜ ਮੇਰੇ ਜਿਹੜੇ ਪੈਗੰਬਰ ਮੁਹੰਮਦ ਸਾਹਿਬ ਨੇ ਨਾ ਉਹ ਬੜੇ ਦੂਰ ਨੇ।
ਉਹ ਧਰਤੀ ਤੇ ਨਹੀਂ ਰਹਿੰਦੇ, ਉਹ ਬੜੇ ਦੂਰ ਹਨ। ਮੈਂ ਨਾ ਸਕੋ ਪਹੁੰਚ ਹਜੂਰ। ਤੇ ਮੈਂ ਉਹਨਾਂ ਤੱਕ ਪਹੁੰਚ ਵੀ ਨਹੀਂ ਸਕਦਾ ਜਿੱਥੇ ਸਾਡੇ ਪੈਗੰਬਰ ਮੁਹੰਮਦ ਸਾਹਿਬ ਦਾ ਵਾਸਾ ਹੈ ਨਾ, ਨਿਵਾਸ ਹੈ, ਮੈਂ ਉੱਥੇ ਤੱਕ ਜਾ ਨਹੀਂ ਸਕਦਾ। ਪਿਕੰਬਰ ਰਹਿ ਵਾਲੀ ਦਰਗਾਹ। ਕਿਉਂਕਿ ਸਾਡੇ ਪੈਗੰਬਰ ਜੀ ਉਹ ਦਰਗਾਹ ਦੇ ਵਿੱਚ ਰਹਿੰਦੇ ਨੇ, ਉੱਪਰ ਸਵਰਗ ਲੋਕ ਦੇ ਵਿੱਚ, ਉੱਥੇ ਦਰਗਾਹ ਦੇ ਵਿੱਚ ਉਹ ਨਿਵਾਸ ਰੱਖਦੇ ਹਨ। ਸਤ ਅਸਮਾਨ ਕੇ ਉੱਪਰ ਵਾਹ। ਹਾਂ, ਹੁਣ ਦੱਸਦੇ ਕਿੱਥੇ ਰਹਿੰਦੇ ਨੇ? ਕਹਿੰਦੇ ਜੀ 7ਵੇਂ ਅਸਮਾਨ ਦੇ ਉੱਤੇ ਉਹਨਾਂ ਦਾ ਵਾਸਾ ਹੈ। ਇਸਲਾਮ ਧਰਮ ਦੇ ਵਿੱਚ ਇਹ ਮਾਨਤਾ ਹੈ ਵੀ ਜਿਹੜਾ ਖੁਦਾ ਹੈ ਉਹ 7ਵੇਂ ਅਸਮਾਨ ਤੇ ਬੈਠਾ ਹੈ। ਕਹਿੰਦੇ ਜੀ ਸਾਡਾ ਜਿਹੜੇ ਪੈਗੰਬਰ ਮੁਹੰਮਦ ਸਾਹਿਬ ਨੇ ਉਹ 7ਵੇਂ ਅਸਮਾਨ ਦੇ ਉੱਤੇ ਬਰਾਜੇ ਹੋਏ ਨੇ ਦਰਗਾਹ ਵਿੱਚ। ਹਮੈਂ ਉਹਾਂ ਕਿਵੇਂ ਪਹੁੰਚੋ ਤੇ ਜਾਏ। ਮਹਾਰਾਜ ਅਸੀਂ ਤਾਂ ਬੈਠੇ ਹਾਂ ਧਰਤੀ ਤੇ ਮੈਂ 7ਵੇਂ ਅਸਮਾਨ ਤੱਕ ਕਿੱਦਾਂ ਜਾ ਸਕਦਾ ਹਾਂ? ਕੰਨੀ ਸੁਨੈ ਨਾ ਨਦਰ ਹੈ ਪਾਏ। ਮਹਾਰਾਜ ਨਾ ਮੈਂ ਕਦੇ ਕੰਨਾਂ ਦੁਆਰਾ ਸੁਣਿਆ ਤੇ ਨਾ ਮੈਂ ਅੱਖਾਂ ਦੁਆਰਾ ਵੇਖਿਆ ਕਦੇ ਵੀ 7ਵਾਂ ਅਸਮਾਨ ਹੈ ਕਿੱਥੇ। ਅਸਰ ਵੀ ਕੋਈ ਆਕਾਸ਼ ਨੀਲਾ ਜਿਹਾ ਦਿਖਾਈ ਦਿੰਦਾ। ਮਹਾਰਾਜ ਇਹਨੂੰ ਚੀਰ ਕੇ 2 3 4 5 ਅੱਗੇ 7ਵਾਂ ਅਸਮਾਨ ਕਿੱਥੇ ਹੈ? ਮਹਾਰਾਜ ਉਹਦੇ ਬਾਰੇ ਮੈਨੂੰ ਕੋਈ ਖਬਰ ਨਹੀਂ। ਸਤਿਗੁਰ ਕਹਿਓ ਤੁਮ ਸ਼ਾਹ ਸਦਾਵੋ। ਮਹਾਰਾਜ ਕਹਿੰਦੇ ਬਾਦਸ਼ਾਹ ਤੂੰ ਆਪਣੇ ਆਪ ਨੂੰ ਅਖਵਾਉਂਦਾ ਹੈ, ਰਾਜਾ ਅਖਵਾਉਂਦਾ, ਸੁਲਤਾਨ ਅਖਵਾਉਂਦਾ ਹੈ ਅਦੀ ਖੁਦਾਏ ਆਪ ਕਹਾਵੋ। ਤੇ ਆਪਣੇ ਆਪ ਨੂੰ ਅੱਧਾ ਖੁਦਾ ਅਖਵਾਉਂਦਾ ਕਿ ਮੈਂ ਦੁਨੀਆ ਦੇ ਉੱਤੇ ਅੱਧਾ ਖੁਦਾ ਹਾਂ, ਅੱਧਾ ਅੱਲਾ ਮੈਂ ਹੀ ਹਾਂ, ਮੇਰਾ ਹੁਕਮ ਚੱਲਦਾ ਸਾਰੇ ਪਾਸੇ। ਕਰਾਮਾਤ ਪੀਰ ਪੰਜ ਰਖਾਵੋ। ਤੇ ਆਪਣੇ ਨਾਲ 5 ਪੀਰ ਵੀ ਲੈ ਕੇ ਆਇਆ। ਜਦੋਂ ਬਾਬਰ ਆਇਆ ਚੱਲ ਕੇ ਤੇ ਆਪਣੇ ਨਾਲ 5 ਪੀਰ ਉਹ ਵੀ ਨਾਲ ਲਿਆਇਆ ਸੀ। ਬਾਸ ਪਿਕੰਬਰ ਕਿਮਨ ਹੈ ਜਾਵੋ। ਤੇ ਕਹਿੰਦੇ ਇੰਨੀਆਂ ਸ਼ਕਤੀਆਂ ਤੇਰੇ ਵਿੱਚ, ਇੰਨਾ ਤਕੜਾ ਤੂੰ ਰਾਜਾ, 5 ਪੀਰ ਤੇਰੇ ਨਾਲ ਨੇ, ਅੱਧਾ ਅੱਲਾ ਤੈਨੂੰ ਆਖਿਆ ਜਾਂਦਾ ਤੇ ਖੁਦਾ ਕੋਲ ਕਿਉਂ ਨਹੀਂ ਜਾ ਸਕਦਾ? ਕਿਉਂ ਨਹੀਂ ਆਪਣੇ ਪੈਗੰਬਰ ਨੂੰ ਫਿਰ ਤੂੰ ਮਿਲਦਾ ਜਾ ਕੇ? ਪਿਕੰਬਰ ਟਿਗਮੈ ਦੇਹੋਂ ਪੁਚਾਈ। ਹਾਂ, ਜੇ ਤੂੰ ਵਾਕਈ ਮਿਲਣਾ ਹੈ ਨਾ ਆਪਣੇ ਪੈਗੰਬਰ ਮੁਹੰਮਦ ਸਾਹਿਬ ਨੂੰ ਤਾਂ ਤੈਨੂੰ ਅਸੀਂ ਪਹੁੰਚਾ ਦਿੰਦੇ ਹਾਂ। ਗੁਰੂ ਨਾਨਕ ਮਹਾਰਾਜ ਜੀ ਬੋਲੇ, ਕਹਿੰਦੇ ਅਸੀਂ ਤੈਨੂੰ ਮਿਲਾ ਦਿੰਦੇ ਹਾਂ ਤੇਰੇ ਪੈਗੰਬਰ ਮੁਹੰਮਦ ਸਾਹਿਬ ਨਾਲ। ਜਾ ਕਰ ਲੈ ਤਿਸ ਤੇ ਪਾਤਸ਼ਾਹੀ। ਜਾਂ ਜੇ ਤੂੰ ਕਹਿੰਦਾ ਵੀ ਸਾਨੂੰ ਤਾਂ ਆਪਣੇ ਪੈਗੰਬਰ ਤੋਂ ਲੈਣੀ ਹੈ ਬਾਦਸ਼ਾਹੀ, ਫਿਰ ਉਹਨਾਂ ਤੋਂ ਲੈ ਲੈ ਜਾ ਕੇ, ਤੇਰੀ ਇਹ ਮਨਸਾ ਵੀ ਪੂਰੀ ਕਰ ਦਿੰਦੇ ਹਾਂ। ਕਿਉਂਕਿ ਗੁਰੂ ਘਰ ਹੈ, ਗੁਰੂ ਘਰ ਵਿੱਚ ਜਿਹੋ ਜਿਹੀ ਕੋਈ ਭਾਵਨਾ ਲੈ ਕੇ ਆਉਂਦਾ ਉਹ ਭਾਵਨਾ ਅਸੀਂ ਪੂਰੀ ਕਰਦੇ ਹਾਂ। ਜੇ ਤੇਰੀ ਭਾਵਨਾ ਵੀ ਤੂੰ ਪੈਗੰਬਰ ਮੁਹੰਮਦ ਸਾਹਿਬ ਤੋਂ ਪਾਤਸ਼ਾਹੀਆਂ ਲੈਣੀਆਂ ਹਿੰਦੁਸਤਾਨ ਦੀਆਂ, ਤੇਰੀ ਇਹ ਮਨਸਾ ਵੀ ਅਸੀਂ ਪੂਰੀ ਕਰਦੇ ਹਾਂ। ਪਿਕੰਬਰ ਸਾਥ ਤੂੰ ਜਾਈ ਦਰਗਾਹੇ। ਜਾਂ ਫਿਰ ਆਪਣੇ ਪੈਗੰਬਰ ਸਾਹਿਬ ਦੇ ਕੋਲ ਦਰਗਾਹ ਵਿੱਚ ਉਹਨਾਂ ਨੂੰ ਮਿਲ ਆ। ਉਹੀ ਦਰਗਾਹੋ ਦਿਓ ਤੇ ਲਿਖਾਏ। ਉਹਨਾਂ ਕੋਲੇ ਲਿਖਵਾ ਕੇ ਲੈ ਆ। ਦਰਗਾਹ ਦੇ ਵਿੱਚ ਜਾਏਗਾ, ਜਦੋਂ ਮਿਲੇਗਾ ਉਹਨਾਂ ਤੋਂ ਹੀ ਪਟਾ ਲਿਖਵਾ ਲੈ ਹਿੰਦੁਸਤਾਨ ਦਾ। ਦੋਹਰਾ ਸੁਨ ਬਾਬਰ ਕੁਰਨਿਸ਼ ਕਰੀ ਮੋਹ ਪਿਕੰਬਰ ਦੀਦਾਰ ਕਰਾਏ। ਬਾਬਰ ਇਹ ਗੱਲ ਸੁਣ ਕੇ ਬੜਾ ਖੁਸ਼ ਹੋਇਆ ਵੀ ਮਹਾਰਾਜ ਨੇ ਤਾਂ ਕਮਾਲ ਹੀ ਕਰ ਦਿੱਤੀ। ਮੈਨੂੰ ਪੈਗੰਬਰ ਮੁਹੰਮਦ ਸਾਹਿਬ ਨਾਲ ਮਿਲਾਉਣ ਲੱਗੇ ਨੇ, ਜਿਨ੍ਹਾਂ ਦੀ ਮੈਂ ਭਗਤੀ ਕਰਦਾ ਆਇਆ ਸ਼ੁਰੂ ਤੋਂ ਲੈ ਕੇ ਹੁਣ ਤੱਕ, ਤੇ ਮੈਨੂੰ ਮੇਰੇ ਪੈਗੰਬਰ ਨਾਲ ਮਿਲਾਉਣ ਲੱਗੇ ਨੇ, ਮੁਹੰਮਦ ਸਾਹਿਬ ਨਾਲ। ਉਹਨੇ ਕੁਰਨਸ਼ ਕੀਤੀ। ਬਾਦਸ਼ਾਹ ਬਾਬਰ ਨੇ ਸਲਾਮ ਕੀਤੀ ਝੁੱਕ ਕੇ ਮਹਾਰਾਜ ਨੂੰ। ਪਿਕੰਬਰ ਤੁਰਤ ਖੁਦਾਏ ਤੇ ਦੇਗੋ ਹਿੰਦ ਲਖਾਏ। ਫਿਰ ਮਨ ਦੇ ਵਿੱਚ ਸੋਚਦਾ, ਕਹਿੰਦਾ ਇਹ ਤਾਂ ਕੰਮ ਬਣ ਗਿਆ ਮੇਰਾ। ਹੁਣ ਮੈਂ ਜਦੋਂ ਦਰਸ਼ਨ ਕਰਾਂਗਾ ਆਪਣੇ ਪੈਗੰਬਰ ਸਾਹਿਬ ਦੇ, ਮੈਂ ਉਹਨਾਂ ਤੋਂ ਦਰਗਾਹ ਦੇ ਵਿੱਚ ਲਿਖਾ ਲਵਾਂਗਾ। ਮੈਨੂੰ ਲੋੜ ਹੀ ਨਹੀਂ ਬਾਬੇ ਨਾਨਕ ਦੀ, ਮੈਂ ਤਾਂ ਸਿਰਫ ਪਹੁੰਚਣਾ ਹੈ ਉੱਥੇ ਤੱਕ, ਪੈਗੰਬਰ ਮੁਹੰਮਦ ਸਾਹਿਬ ਤੱਕ, ਤੇ ਉਹਨਾਂ ਤੋਂ ਮੈਂ ਆਪਣੇ ਆਪ ਲਿਖਵਾ ਲੈਣਾ ਹੈ। ਚੋਪਈ ਤਬ ਸਤਿਗੁਰਯੋ ਬਚਨ ਉਚਾਰੇ। ਉਸ ਵੇਲੇ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਬੋਲੇ, ਕਹਿਣ ਲੱਗੇ, ਆਸਾ ਸਾਡਾ ਲਿਆਵਾ ਦਰਗਾਹ ਦੁਆਰੇ। ਮਹਾਰਾਜ ਕਹਿੰਦੇ ਏਦਾਂ ਕਰ ਬਾਬਰ, ਫਿਰ ਤੈਨੂੰ ਭੇਜਦੇ ਆ ਉੱਥੇ 7ਵੇਂ ਅਸਮਾਨ ਦੇ ਵਿੱਚ। ਆ ਫੜ ਸਾਡਾ ਆਸਾ। ਮਹਾਰਾਜ ਜੀ ਦੇ ਕੋਲ ਲੱਕੜ ਦਾ ਇੱਕ ਸੋਟਾ ਹੁੰਦਾ ਸੀ, ਇੱਕ ਛੜੀ ਸੀ ਮਹਾਰਾਜ ਕੋਲ, ਜਿਹਨੂੰ ਆਸਾ ਕਿਹਾ ਜਾਂਦਾ। ਆਸਾ ਕਹਿੰਦੇ ਲੱਕੜ ਦੇ ਡੰਡੇ ਨੂੰ, ਕਿਉਂਕਿ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਵੀ ਸ਼ਸਤਰ ਧਾਰੀ ਹਨ। ਕਲਗੀਧਰ ਮਹਾਰਾਜ ਵਿੱਚ ਤੇ ਗੁਰੂ ਨਾਨਕ ਮਹਾਰਾਜ ਵਿੱਚ ਕੋਈ ਫਰਕ ਨਹੀਂ। ਜਿੱਥੇ ਕਲਗੀਧਰ ਮਹਾਰਾਜ ਜੀ ਤੇਗ ਪਾ ਕੇ ਰੱਖਦੇ, ਉੱਥੇ ਗੁਰੂ ਨਾਨਕ ਮਹਾਰਾਜ ਜੀ ਵੀ ਹੱਥ ਦੇ ਵਿੱਚ ਸੋਟਾ ਫੜ ਕੇ ਰੱਖਦੇ ਸਨ। ਭਾਈ ਗੁਰਦਾਸ ਸਾਹਿਬ ਜੀ ਲਿਖਦੇ ਵਾਰਾਂ ਦੇ ਵਿੱਚ, ਆਸਾ ਹੱਥ ਕਿਤਾਬ ਕੱਛ ਪੂਜਾ ਵਾਂਗ ਮੁਸੱਲਾ ਧਾਰੀ। ਜਦੋਂ ਗੁਰੂ ਨਾਨਕ ਮਹਾਰਾਜ ਜੀ ਮੱਕੇ ਵੱਲ ਗਏ ਨਾ, ਉਹਨਾਂ ਦੇ ਇੱਕ ਮੋਢੇ ਦੇ ਉੱਤੇ ਸੀ
ਇੱਕ ਝੋਲਾ ਜਿਹਦੇ ਵਿੱਚ ਉਹਨਾਂ ਨੇ ਗੁਰਬਾਣੀ ਦੀ ਪੋਥੀ ਪਾਈ ਹੋਣੀ, ਤੇ ਇੱਕ ਹੱਥ ਦੇ ਵਿੱਚ ਸੀ ਆਸਾ। ਆਸਾ ਕਹਿੰਦੇ ਨੇ ਡੰਡੇ ਨੂੰ। ਤੇ ਸਾਧ ਸੰਗਤ ਜੀ, ਮਹਾਰਾਜ ਜੀ ਦਾ ਇਹ ਡੰਡਾ, ਇਹ ਆਸਾ ਹੁਣ ਵੀ ਧਰਤੀ ਦੇ ਉੱਤੇ ਮੌਜੂਦ ਹੈ। ਅੱਜ ਵੀ ਧਰਤੀ ਦੇ ਉੱਤੇ ਮੌਜੂਦ ਹੈ। ਆਪ ਜੀ ਸੱਚਖੰਡ ਸ੍ਰੀ ਹਜੂਰ ਸਾਹਿਬ ਜਾਓ, ਉੱਥੇ ਜੋ ਬਿਲਕੁਲ ਤਖਤ ਸਾਹਿਬ ਦੇ ਵਿੱਚ ਜਿੱਥੇ ਸ਼ਸਤਰ ਪਏ ਹਨ, ਜਦੋਂ ਸਾਧ ਸੰਗਤ ਜੀ ਦੀਵਾਲੀ ਦਾ ਜੋੜ ਮੇਲਾ ਆਉਂਦਾ ਹੈ ਨਾ, ਉਸ ਵੇਲੇ ਜਿਤਨੇ ਸ਼ਸਤਰ ਨੇ ਅੰਦਰੋਂ ਕਲਗੀਧਰ ਮਹਾਰਾਜ ਜੀ ਦੇ ਪੁਰਾਤਨ ਸਿੰਘਾਂ ਦੇ, ਉਹ ਸਾਰੇ ਸ਼ਸਤਰ ਬਾਹਰ ਕੱਢੇ ਜਾਂਦੇ ਨੇ, ਸਫਾਈ ਕੀਤੀ ਜਾਂਦੀ ਸ਼ਸਤਰਾਂ ਦੀ। ਪਰ ਧੰਨ ਸ੍ਰੀ ਗੁਰੂ ਨਾਨਕ ਮਹਾਰਾਜ ਜੀਆਂ ਦਾ ਜਿਹੜਾ ਆਸਾ ਹੈ, ਉਹ ਡੰਡਾ, ਉਹ ਬਾਹਰ ਨਹੀਂ ਕੱਢਿਆ ਜਾਂਦਾ ਤਖਤ ਸਾਹਿਬ ਤੋਂ। ਉੱਥੇ ਇਹ ਖਿਆਲ ਹੈ ਕਿ ਇਹ ਡੰਡਾ, ਇਹ ਆਸਾ ਜਦੋਂ ਭਵਿੱਖ ਦੇ ਵਿੱਚ ਕਲਗੀਧਰ ਮਹਾਰਾਜ ਆਪ 96 ਕਰੋੜ ਫੌਜਾਂ ਨਾਲ ਆਉਣਗੇ, ਉਸ ਵੇਲੇ ਇਹ ਡੰਡਾ ਆਪਣੇ ਆਪ ਮਹਾਰਾਜ ਬਾਹਰ ਕੱਢਣਗੇ ਹੱਥ ਵਿੱਚ ਲੈ ਕੇ। ਜਿਵੇਂ ਆਪਣੇ ਅਸਥਾਨ ਤੇ ਮਰਿਆਦਾ ਹੈ ਨਾ, ਵੀ ਜਿਹੜੇ ਨਗਾਰੇ ਪਏ ਨੇ, ਇਹਨਾਂ ਨਗਾਰਿਆਂ ਨੂੰ ਵਜਾਉਣ ਦਾ ਹੁਕਮ ਨਹੀਂ, ਇਹ ਨਗਾਰੇ ਭਵਿੱਖ ਦੇ ਵਿੱਚ ਆਪਣੇ ਆਪ ਵੱਜਣਗੇ ਜਦੋਂ 96 ਕਰੋੜ ਫੌਜਾਂ ਆਉਣਗੀਆਂ। ਉਸੇ ਤਰ੍ਹਾਂ ਉੱਥੇ ਵੀ ਮਾਨਤਾ ਹੈ। ਦੀਵਾਲੀ ਵਾਲੇ ਦਿਨ ਆਪ ਜੀ ਬਕਾਇਦਾ ਦਰਸ਼ਨ ਕਰ ਸਕਦੇ ਹੋ, ਸਾਰੇ ਸ਼ਸਤਰ ਬਾਹਰ ਕੱਢਦੇ ਨੇ, ਪਰ ਗੁਰੂ ਨਾਨਕ ਦੇਵ ਮਹਾਰਾਜ ਜੀ ਦਾ ਉਹ ਪਵਿੱਤਰ ਕਰ ਕਮਲਾ ਦਾ ਡੰਡਾ, ਉਹ ਸੋਟੀ, ਉਹ ਬਾਹਰ ਨਹੀਂ ਕੱਢੀ ਜਾਂਦੀ। ਹੁਣ ਮਹਾਰਾਜ ਜੀ ਆਖਦੇ ਬਾਬਰ ਨੂੰ, ਬਾਬਰ ਆ ਸਾਡੇ ਹੱਥ ਦੀ ਸੋਟੀ ਫੜ, ਆ ਆਸਾ ਲੈ, ਡੰਡਾ ਫੜ, ਤੇ ਇਹ ਡੰਡਾ ਤੈਨੂੰ ਲੈ ਕੇ ਜਾਵੇਗਾ 7ਵੇਂ ਅਸਮਾਨ ਵਿੱਚ। ਸੋ ਆਸਾ ਉਸ ਦਿਓ ਫੜਾਏ, ਉਹ ਆਸਾ ਮਹਾਰਾਜ ਨੇ ਬਾਬਰ ਦੇ ਹੱਥ ਵਿੱਚ ਦੇ ਦਿੱਤਾ। ਕਰ ਭੂਮ ਬਿਸਤਰੋ ਬਹੀ ਬਣਾਏ, ਤੇ ਉਸ ਵੇਲੇ ਬਾਬਰ ਨੂੰ ਆਖਿਆ, ਬਾਬਰ ਇਹੀ ਆਸਾ ਜਹਾਜ਼ ਬਣਾ ਕੇ ਤੈਨੂੰ ਲੈ ਜਾਏਗਾ। ਧੂਪ ਦੀਪ ਕਰ ਮਸਤਕ ਧਰਿਓ, ਬਾਬਰ ਨੇ ਉਹ ਡੰਡਾ, ਉਹ ਸੋਟਾ ਲੈ ਕੇ ਨਾ ਪਹਿਲਾਂ ਤਾਂ ਮੱਥਾ ਟੇਕਿਆ ਉਸ ਨੂੰ, ਕਿ ਇਸ ਡੰਡੇ ਦੀ ਸਹਾਇਤਾ ਨਾਲ, ਇਸ ਸੋਟੀ ਨਾਲ ਮੈਂ 7ਵੇਂ ਅਸਮਾਨ ਵਿੱਚ ਜਾਵਾਂਗਾ, ਆਪਣੇ ਮੁਹੰਮਦ ਸਾਹਿਬ ਨੂੰ ਮਿਲਾਂਗਾ। ਉਸਨੇ ਮੱਥਾ ਟੇਕਿਆ, ਫਿਰ ਧੂਪ ਬੱਤੀ ਕੀਤੀ, ਉਹਦੀ ਪੂਜਾ ਅਰਚਨਾ ਕੀਤੀ ਉਸ ਡੰਡੇ ਦੀ। ਜਿਤ ਚਾਹੋ ਤਿਤ ਜਾਏ ਪਰਿਓ, ਮਹਾਰਾਜ ਨੇ ਆਖਿਆ ਜਿੱਧਰ ਨੂੰ ਤੂੰ ਚਾਹੇਗਾ ਉਧਰ ਨੂੰ ਇਹ ਸੋਟਾ ਤੈਨੂੰ ਲੈ ਜਾਵੇਗਾ। ਸਤਨਾਮ ਕੋ ਜਾਪ ਜਪਿਓ, ਪਰ ਜਦੋਂ ਤੂੰ ਜਾਣਾ ਆਪਣੇ ਮੁਖ ਤੋਂ ਸਤਨਾਮ ਜਪੀ। ਆਖੀ ਆਪਣੇ ਮੁਖ ਤੋਂ ਸਤਨਾਮ ਸ੍ਰੀ ਵਾਹਿਗੁਰੂ, ਸਤਨਾਮ ਸ੍ਰੀ ਵਾਹਿਗੁਰੂ, ਇਹ ਆਪਣੇ ਮੁਖ ਤੋਂ ਤੂੰ ਜਪਣਾ ਹੈ। ਜਹ ਚਾਹੋ ਤਿਤ ਹੀ ਥਾਂ ਜਾਇਓ, ਜਿੱਧਰ ਤੂੰ ਚਾਹੇਗਾ ਉਧਰ ਨੂੰ ਜਾ ਸਕੇਗਾ। ਸਮੇਤ ਪਿਕੰਬਰ ਲੈ ਤੁਝ ਜਾਵੈ, ਇਹ ਡੰਡਾ ਤੈਨੂੰ ਤੇਰੇ ਪੈਗੰਬਰ ਦੇ ਕੋਲ ਪਹੁੰਚਾ ਦੇਵੇਗਾ। ਜਾਵਤ ਦਰਗਹਿ ਨਾ ਕੋ ਅਟਕਾਵੈ, ਤੂੰ ਸਿੱਧਾ ਦਰਗਾਹ ਵਿੱਚ ਪਹੁੰਚੇਗਾ, ਜਿੱਥੇ ਬੈਠੇ ਨੇ ਤੇਰੇ ਪੈਗੰਬਰ ਮੁਹੰਮਦ ਸਾਹਿਬ, ਉੱਥੇ ਜਾਵੇਂਗਾ। ਕੋਈ ਵੀ ਤੈਨੂੰ ਰੋਕਣ ਵਾਲਾ ਨਹੀਂ ਹੋਵੇਗਾ, ਤੈਨੂੰ ਅਟਕਾਉਣ ਵਾਲਾ ਨਹੀਂ ਹੋਵੇਗਾ। ਜਾ ਪਿਕੰਬਰ ਇੱਕ ਵਾਰ ਗਇਓ, ਤੇ ਉੱਥੇ ਕਹਿੰਦੇ ਪੈਗੰਬਰ ਮੁਹੰਮਦ ਸਾਹਿਬ ਗਏ ਸੀ ਇੱਕ ਵਾਰ। ਦਰਗਾਹ ਦੇ ਵਿੱਚ ਨਾ ਸੱਚਖੰਡ ਬਣਿਆ ਜਿੱਥੇ, ਕਹਿੰਦੇ ਉੱਥੇ ਤੁਹਾਡੇ ਪੈਗੰਬਰ ਮੁਹੰਮਦ ਸਾਹਿਬ ਗਏ ਸੀ ਇੱਕ ਵਾਰ। ਕੁੰਡੇ ਹਿਤੇ ਤੇ ਫਿਰ ਆਇਓ, ਕਹਿੰਦੇ ਜਦੋਂ ਉਹ ਗਏ ਤੇ ਜਾ ਕੇ ਸੱਚਖੰਡ ਵਿੱਚੋਂ ਇੰਨੀ ਦੇਰ ਨੂੰ ਜਦੋਂ ਬਾਹਰ ਵੀ ਆਏ ਨਾ, ਕਹਿੰਦੇ ਉਹ ਦਰਗਾਹ ਦੇ ਕੁੰਡੇ, ਜਿਹੜੇ ਦਰਵਾਜ਼ਿਆਂ ਨੂੰ ਕੁੰਡੇ ਲੱਗੇ, ਉਹ ਹਲੇ ਤੱਕ ਹਿੱਲਦੇ ਪਏ ਸਨ। ਵੀ ਅੱਖ ਦੇ ਫੋੜ ਦੇ ਵਿੱਚ ਦਰਸ਼ਨ ਕਰਕੇ ਵਾਪਸ ਆ ਗਏ। ਜਦੋਂ ਅੰਦਰ ਵੜੇ ਹਜੇ ਕੁੰਡੇ ਹਿੱਲ ਰਹੇ ਸਨ, ਇਹਨਾਂ ਨੂੰ ਬਾਹਰ ਵੀ ਆ ਗਏ। ਕਹਿੰਦੇ ਤੇਰੇ ਪੈਗੰਬਰ ਮੁਹੰਮਦ ਸਾਹਿਬ ਉਹ ਵੀ ਗਏ ਸਨ ਦਰਗਾਹ ਵਿੱਚ। ਅਬ ਘੜੀਆਂ ਪਾਵਹਿ ਰਹੋ ਚਾਰ, ਤੇ ਹੁਣ ਤੂੰ 4 ਘੜੀਆਂ ਉੱਥੇ ਰਹਿ ਸਕਦਾ ਦਰਗਾਹ ਦੇ ਵਿੱਚ। ਬਚਨ ਪਿਕੰਬਰ ਕਰਿਓ ਕਈ ਵਾਰ, ਜਾਂ ਆਪਣੇ ਪੈਗੰਬਰ ਨਾਲ ਬਚਨ ਕਰ ਲੈ, ਉਹਨਾਂ ਨਾਲ ਖੁੱਲੀਆਂ ਗੱਲਾਂ ਕਰ, ਵਾਰਤਾਲਾਪ ਕਰ। 4 ਘੜੀ ਲਗ ਰਹੋ ਦਰਗਾਹ, 4 ਘੜੀਆਂ ਤੱਕ ਤੂੰ ਦਰਗਾਹ ਦੇ ਵਿੱਚ ਰਹਿ ਸਕਦਾ ਹੈ, ਵੇਖ ਸਕਦਾ ਹੈ ਉੱਥੇ ਜਾ ਕੇ। ਜੋ ਜੀ ਆਵੈ ਮੰਗੋ ਤਾਹੇ, ਜੋ ਤੇਰੇ ਮਨ ਵਿੱਚ ਆਵੇ ਉਹ ਤੂੰ ਆਪਣੇ ਪੈਗੰਬਰ ਮੁਹੰਮਦ ਸਾਹਿਬ ਤੋਂ ਮੰਗ ਲਵੀਂ। ਦੋਹਰਾ ਕੁਰਨਿਸ਼ ਬਾਬਰ ਕਰ ਉਠਿਓ, ਬੜੋ ਅਚੰਭੋ ਜਾਨ। ਸਾਰ ਸੰਗਤ ਜੀ, ਉਸ ਵੇਲੇ ਬਾਦਸ਼ਾਹ ਬਾਬਰ ਨੇ ਕੁਰਨਿਸ਼ ਕੀਤੀ, ਮੱਥਾ ਟੇਕਿਆ ਮਹਾਰਾਜ ਜੀ ਦੇ ਚਰਨਾਂ ਦੇ ਵਿੱਚ, ਬੜਾ ਹੈਰਾਨ ਹੋਇਆ। ਹੱਥ ਦੇ ਵਿੱਚ ਸੋਟਾ ਫੜਿਆ, ਹੈਰਾਨ ਵੀ ਹੋਈ ਜਾਂਦਾ, ਵਿਸਮਾਦ ਵੀ ਹੋਈ ਜਾਂਦਾ ਹੈ। ਸਤਿਗੁਰ ਆਖੀ ਸੋ ਕਰੀ ਲੈ, ਆਸੋ ਕਿਉ ਪਿਆਨ। ਕਹਿੰਦੇ ਜੋ ਮਹਾਰਾਜ ਨੇ ਆਖਿਆ ਵੇਖਾਂ ਵੀ ਇਹ ਸੱਚ ਹੈ ਜਾਂ ਨਹੀਂ। ਉਸੇ ਵੇਲੇ ਉਹ ਸੋਟਾ ਹੱਥ ਵਿੱਚ ਫੜਿਆ ਤੇ ਇਸਨੇ ਪਿਆਨਾ ਕੀਤਾ ਉੱਪਰ ਵੱਲ ਨੂੰ। ਚੋਪਈ
ਜਾਏ ਬਾਬਰ ਨੇ ਸੋਈ ਕਰੀ। ਤੇ ਜੋ ਮਹਾਰਾਜ ਜੀ ਨੇ ਆਖਿਆ ਸੀ ਬਾਬਰ ਨੇ ਉਸੇ ਪ੍ਰਕਾਰ ਕੀਤਾ ਹੈ। ਲੈ ਆਸਾ ਉਡਿਓ ਸਹੀ ਕਰੀ। ਮਹਾਰਾਜ ਜੀ ਦਾ ਨਾਮ ਲੈ ਕੇ ਤੇ ਉੱਡਿਆ ਸੁਰਤੀ ਦੁਆਰਾ। ਹੁਣ ਇਹ ਸਾਰੀ ਖੇਡ ਵਰਤਦੀ ਹੈ ਸੁਰਤੀ ਦੇ ਵਿੱਚ। ਸੁਰਤੀ ਦੁਆਰਾ ਬਾਦਸ਼ਾਹ ਬਾਬਰ ਪਹੁੰਚਿਆ ਹੁਣ ਸੱਚਖੰਡ ਦੇ ਵਿੱਚ। ਹੁਣ ਸਾਧ ਸੰਗਤ ਜੀ ਵੇਖੋ, ਹੁਣ ਭਾਈ ਸਾਹਿਬ ਜੀ ਦੱਸਣ ਲੱਗੇ ਨੇ ਕਿ ਉੱਪਰ ਸੱਚਖੰਡ ਦਾ ਨਜ਼ਾਰਾ ਕਿਹੋ ਜਿਹਾ ਹੈ, ਉਹ ਸੱਚਖੰਡ ਕਿੱਦਾਂ ਦਾ ਦਿਖਾਈ ਦਿੰਦਾ। ਹੁਣ ਉਹ ਭਾਈ ਸਾਹਿਬ ਜੀ ਦੱਸਣ ਲੱਗੇ ਹਨ। ਲੈ ਪਹੁੰਚਿਓ ਸਤਵੇਂ ਆਕਾਸ਼। ਤੇ ਉਹ ਮਹਾਰਾਜ ਜੀ ਦੇ ਕਰ ਕਮਲਾਂ ਦਾ ਸੋਟਾ ਬਾਦਸ਼ਾਹ ਬਾਬਰ ਨੂੰ ਲੈ ਕੇ 7ਵੇਂ ਆਕਾਸ਼ ਦੇ ਵਿੱਚ ਪਹੁੰਚ ਗਿਆ। ਜਾ ਪਹੁੰਚਿਓ ਵਹ ਦਰਗਾਹ ਖਾਸ। ਪਹੁੰਚ ਗਏ ਸੱਚਖੰਡ ਦੇ ਵਿੱਚ ਜਿੱਥੇ ਮਹਾਰਾਜ ਜੀ ਦੀ ਦਰਗਾਹ ਹੈ। ਦਰਗਾਹ ਰਹੇ ਕੁੰਡੇ ਅੜਾਏ। ਤੇ ਦਰਗਾਹ ਦੇ ਕੁੰਡੇ ਅੜੇ ਹੋਏ ਸਨ, ਦਰਵਾਜ਼ੇ ਬੰਦ ਸੀ ਸੱਚਖੰਡ ਦੇ। ਜਦੋਂ ਪਹੁੰਚਿਆ ਨਾ ਬਾਦਸ਼ਾਹ ਬਾਬਰ ਤੇ ਉਸਦੇ ਵਾਸਤੇ ਦਰਵਾਜ਼ੇ ਬੰਦ ਹੋ ਗਏ। ਦਰਵਾਜ਼ੇ ਬੰਦ ਸੀ, ਸੱਚਖੰਡ ਦੇ ਕੁੰਡੇ ਅੜੇ ਹੋਏ ਸਨ। ਜੋ ਨਾ ਖੁੱਲੇ ਪਿਕੰਬਰ ਜਾਏ। ਇਹ ਕਹਿੰਦੇ ਇਹ ਕੁੰਡੇ ਖੁੱਲੇ ਕਿਉਂ ਨਹੀਂ? ਇਹ ਕੁੰਡੇ, ਇਹ ਦਰਬਾਰ, ਇਹ ਦਰਵਾਜ਼ੇ ਕਿਉਂ ਨਹੀਂ ਖੁੱਲੇ? ਸਤਨਾਮ ਜਬ ਬਾਬਰ ਪੁਕਾਰੇ। ਤੇ ਬਾਬਰ ਨੂੰ ਪਤਾ ਲੱਗਿਆ ਕਿ ਮਹਾਰਾਜ ਜੀ ਨੇ ਤਾਂ ਆਖਿਆ ਸੀ ਵੀ ਸਤਨਾਮ ਦਾ ਮੰਤਰ ਜਪਣਾ। ਤੇ ਬਾਦਸ਼ਾਹ ਬਾਬਰ ਨੇ ਦਰਵਾਜ਼ੇ ਕੋਲ ਖੜੇ ਹੋ ਕੇ ਆਖਿਆ ਸਤਨਾਮ ਸ੍ਰੀ ਵਾਹਿਗੁਰੂ। ਉਸੇ ਵੇਲੇ ਜਦੋਂ ਇਹ ਮੰਤਰ ਜਪਿਆ ਤੇ ਸੱਚਖੰਡ ਦੇ ਦਰਬਾਰ ਖੁੱਲ ਗਏ। ਤੁਰਤ ਫੁਰਤ ਹੀ ਖੁੱਲੇ ਕਿਵਾਰੇ। ਉਸੇ ਵੇਲੇ ਕਵਾੜ ਖੁੱਲ ਗਏ ਸੱਚਖੰਡ ਦੇ। ਤਹਾ ਨਾਨਕ ਕੋ ਝੰਡਾ ਝੂਲਾ। ਜਦੋਂ ਬਾਬਰ ਅੰਦਰ ਵੜਿਆ ਨਾ ਸੱਚਖੰਡ ਦੇ ਵਿੱਚ, ਕੀ ਵੇਖਦਾ? ਕਹਿੰਦੇ ਉੱਥੇ ਬਾਬੇ ਨਾਨਕ ਦਾ ਝੰਡਾ ਝੂਲਦਾ ਹੈ। ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀਆਂ ਦਾ ਨਿਸ਼ਾਨ ਸਾਹਿਬ ਉੱਥੇ ਝੂਲਦਾ ਹੈ। ਬੜਾ ਬਾਣੀਆਂ ਪੌਂਥੀਆਂ ਖੁੱਲਾ। ਕਹਿੰਦੇ ਉੱਥੇ ਕੀ ਵੇਖਦਾ? ਇੱਕ ਪਾਸੇ ਨਿਸ਼ਾਨ ਸਾਹਿਬ ਲੱਗਾ, ਜਿਵੇਂ ਨਿਸ਼ਾਨ ਸਾਹਿਬ ਝੂਲਦਾ ਨਾ ਅੱਜ ਵੀ ਗੁਰੂ ਘਰਾਂ ਦੇ ਵਿੱਚ, ਬਿਲਕੁਲ ਇਹੀ ਨਿਸ਼ਾਨ ਸਾਹਿਬ ਸੱਚਖੰਡ ਦੇ ਵਿੱਚ ਵੀ ਝੂਲਦਾ ਹੈ। ਉੱਥੇ ਕਹਿੰਦੇ ਨਿਸ਼ਾਨ ਸਾਹਿਬ ਝੂਲ ਰਹੇ ਨੇ ਤੇ ਉੱਥੇ ਗੁਰੂ ਕੇ ਸਿੱਖ ਉਹ ਬਾਣੀਆਂ ਪੜ੍ਹਦੇ ਨੇ। ਪੋਥੀਆਂ ਖੁੱਲੀਆਂ ਹੋਈਆਂ ਨੇ, ਕੋਈ 5 ਗ੍ਰੰਥੀ ਪੜ੍ਹਦਾ, ਕੋਈ 10 ਗ੍ਰੰਥੀ, ਕੋਈ 22 ਵਾਰਾਂ, ਕੋਈ ਭਗਤ ਬਾਣੀ, ਕੋਈ ਮਹਾਰਾਜ ਜੀ ਦੀ ਬਾਣੀ ਦੇ ਵਿੱਚੋਂ ਨਿਤਨੇਮ ਕਰਦਾ, ਜਾਪ ਕਰਦਾ। ਕਹਿੰਦੇ ਸਾਰੀ ਸੰਗਤ ਉੱਤੇ ਪਾਠ ਪਈ ਕਰਦੀ ਹੈ। ਰਬਾਬ ਬਜਾਵੇ ਗਾਵੇ ਰਾਗ। ਕੋਈ ਉੱਤੇ ਕੀਰਤਨ ਕਰਦਾ, ਰਬਾਬੀ ਸਿੰਘ ਬੈਠੇ ਨੇ, ਮਹਾਰਾਜ ਜੀ ਦਾ ਮਧੁਰ ਬਾਣੀ ਨਾਲ ਕੀਰਤਨ ਕਰਦੇ ਹਨ। ਭਗਤ ਭਜਨ ਕੋ ਰੰਗ ਰਹੇ ਉਹ ਲਾਗ। ਜਿਹੜੇ ਭਗਤ ਨੇ ਉੱਥੇ ਬੈਠੇ ਉਹਨਾਂ ਨੂੰ ਭਗਤੀ ਦਾ ਰੰਗ ਲੱਗਾ ਹੋਇਆ। ਇੱਕ ਮਸਤੀ ਦੇ ਵਿੱਚ ਮਹਾਰਾਜ ਜੀ ਦੀ ਬਾਣੀ ਗਾਇਨ ਕਰਦੇ ਹਨ। ਦੋਹਰਾ ਤਹਾਂ ਜਾ ਬਾਬਰ ਦੇਖਿਓ ਝੰਡਾ ਨਾਨਕ ਸ਼ਾਹੇ। ਤੇ ਬਾਬਰ ਉੱਥੇ ਗਿਆ, ਘੁੰਮਦਾ ਸੱਚਖੰਡ ਦੇ ਵਿੱਚ, ਆਲੇ ਵਾਲੇ ਵੇਖਦਾ ਕਿ ਕੋਈ ਬਾਣੀ ਪੜ੍ਹਦਾ, ਕੋਈ ਪੋਥੀ ਖੋਲ ਕੇ ਬੈਠਾ, ਕਿਤੇ ਕੀਰਤਨ ਹੋ ਰਿਹਾ, ਕਿਤੇ ਬਾਣੀ ਪੜ੍ਹੀ ਜਾ ਰਹੀ ਹੈ, ਕਿਤੇ ਕੋਈ ਭਜਨ ਬੰਦਗੀ ਕਰਦਾ। ਵੇਖਦਾ ਕਿ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਦਾ ਨਿਸ਼ਾਨ ਸਾਹਿਬ ਝੂਲਦਾ ਹੈ। ਸਨਮੁਖ ਝੂਲਾ ਦਰਗਾਹ ਕੇ ਵਿੱਚ ਸੱਚੋ ਸਾਹਿਬ ਆਹੇ। ਸੱਚਖੰਡ ਦੇ ਬਿਲਕੁਲ ਵਿੱਚੋਂ ਵਿੱਚ ਦਰਗਾਹ ਦੇ ਵਿੱਚ ਮਹਾਰਾਜ ਜੀ ਦਾ ਨਿਸ਼ਾਨ ਸਾਹਿਬ ਦਾ ਫਰਰਾ ਉਹ ਹਵਾ ਦੇ ਵਿੱਚ ਲਹਿਰਾਉਂਦਾ ਹੈ। ਸੇਤ ਸੁਗੰਗਾ ਨੀਰ ਸਮ ਓ ਬਾਦਰ ਸਮ ਤਹ ਕਾਲ। ਕਹਿੰਦੇ ਸ਼ਵੇਤ ਰੰਗ ਹੈ ਇੱਕ ਨਿਸ਼ਾਨ ਸਾਹਿਬ ਦਾ, ਨੀਲੇ ਰੰਗ ਦਾ ਨਿਸ਼ਾਨ ਸਾਹਿਬ, ਤੇ ਫੇਰ ਉਹਦੇ ਵਿੱਚ ਚਿੱਟੇ ਰੰਗ ਦੀ ਆਭਾ ਹੈ। ਕੇਸਰੀ ਪਟ ਕੋ ਸੰਗ ਹਿਲੇ ਬਿਜਲੀ ਜਸ ਖਿਆਲ। ਕਹਿੰਦੇ ਫੇਰ ਨਿਸ਼ਾਨ ਸਾਹਿਬ ਕੇਸਰੀ ਰੰਗ ਦਾ ਵੀ ਉੱਤੇ ਝੂਲਦਾ, ਬਿਜਲੀ ਦੇ ਵਾਂਗੂ ਨਿਸ਼ਾਨ ਸਾਹਿਬ ਦਾ ਫਰਰਾ ਲਹਿਰਾਉਂਦਾ ਹੈ। ਚੋਪਈ ਸਤਿਗੁਰ ਕੀ ਧਰਮਸ਼ਾਲ ਦਿਖਾਈ। ਮਹਾਰਾਜ ਜੀ ਦੀ ਧਰਮਸ਼ਾਲ ਵੇਖੀ। ਧਰਮਸ਼ਾਲ ਕਿਸ ਨੂੰ ਕਿਹਾ ਜਾਂਦਾ ਸੀ? ਗੁਰੂ ਘਰਾਂ ਨੂੰ। ਗੁਰੂ ਨਾਨਕ ਮਹਾਰਾਜ ਜੀ ਦੇ ਵੇਲੇ ਨਾ ਗੁਰੂ ਘਰਾਂ ਨੂੰ, ਗੁਰਦੁਆਰਿਆਂ ਨੂੰ ਧਰਮਸ਼ਾਲ ਕਿਹਾ ਜਾਂਦਾ। ਘਰ ਘਰ ਅੰਦਰ ਧਰਮਸਾਲ ਹੋਵੇ, ਕੀਰਤਨ ਸਦਾ ਵਿਸੋਆ। ਕਹਿੰਦੇ ਬਾਬੇ ਨਾਨਕ ਦੀ ਧਰਮਸ਼ਾਲ ਵੇਖੀ, ਗੁਰੂ ਘਰ ਵੇਖਿਆ ਹੈ। ਸੰਤ ਸਾਧ ਪੈ ਡੇਰਾ ਲਾਈ। ਜਿਤਨੇ ਸੰਤ ਸਾਧ ਮਹਾਪੁਰਸ਼ ਨਾਮ ਜਪਣ ਵਾਲੇ ਗੁਰਮੁਖ ਰੂਹਾਂ ਹਨ, ਉੱਥੇ ਬੈਠ ਕੇ ਇੱਕ ਰਸ ਸਮਾਧੀ ਲੱਗੀ ਹੈ ਸਭ ਦੀ। ਕਈ ਸ਼ਾਹ ਕਈ ਬੇਪਰਵਾਹੇ। ਤੇ ਉੱਥੇ ਕਿਹੜੇ ਬੈਠੇ ਨੇ? ਵੱਡੇ ਸ਼ਾਹਾਂ ਦੇ ਸ਼ਾਹ, ਬੇਪਰਵਾਹ ਹੋ ਕੇ ਬੈਠੇ ਨਾਮ ਦੀ ਮਸਤੀ ਵਿੱਚ। ਰਿੱਧ ਸਿੱਧ ਸਭ ਹਾਜ਼ਰ ਵਾਹੇ। ਤੇ ਉੱਥੇ ਸਾਰੀਆਂ ਰਿੱਧੀਆਂ ਸਿੱਧੀਆਂ ਹੱਥ ਜੋੜ ਕੇ ਖੜੀਆਂ ਗੁਰਮੁਖਾਂ ਦੇ ਅੱਗੇ। ਇਹ ਸੱਚਖੰਡ ਦਾ ਵਰਤਾਰਾ ਹੈ। ਜਿਹੜੀਆਂ ਰਿੱਧੀਆਂ ਸਿੱਧੀਆਂ ਨੂੰ ਦੁਨੀਆ ਲੋਚਦੀ ਅੱਜ, ਉਹ ਰਿੱਧੀਆਂ ਸਿੱਧੀਆਂ ਸੱਚਖੰਡ ਦੇ ਵਿੱਚ ਗੁਰਮੁਖਾਂ ਦੇ ਅੱਗੇ ਹੱਥ ਜੋੜ ਕੇ ਖੜੀਆਂ ਹਨ। ਦੋਹਰਾ
ਕਪਲ ਮੰਦਾਰਿਓ ਹਰ ਚੰਦਨ ਪਾਰ ਜਾਤ ਸੰਤਾਨ। ਸਾਧ ਸੰਗਤ ਜੀ 5 ਪ੍ਰਕਾਰ ਦੇ ਦਰਖਤ ਨੇ ਜਿਨ੍ਹਾਂ ਤੋਂ ਜੋ ਮੰਗੀ ਉਹ ਮਿਲ ਜਾਂਦਾ ਸਵਰਗਾਂ ਦੇ ਵਿੱਚ। ਕਪਲ, ਕਪਾਲ ਤੇ ਕਹਿੰਦੇ ਫਿਰ ਪਾਰਜਾਤ, ਮੰਦਾਨ। ਇਸ ਪ੍ਰਕਾਰ ਇਹ 5 ਪ੍ਰਕਾਰ ਦੇ ਰੁੱਖ ਨੇ ਪਾਰਜਾਤ ਵਰਗੇ, ਜਿਹੜੇ ਦਰਖਤ ਦੇ ਥੱਲੇ ਖੜ ਕੇ ਜੋ ਮੰਗੀਏ ਨਾ ਉਹ ਮਿਲ ਜਾਂਦਾ, ਪ੍ਰਾਪਤ ਹੋ ਜਾਂਦਾ ਹੈ। ਔਰ ਬ੍ਰਿਛ ਫੁੱਲੇ ਫਲੇ ਕਾਮ ਧੇਨ ਕਰ ਕਰਾਨ। ਕਹਿੰਦੇ ਹੋਰ ਕਈ ਪ੍ਰਕਾਰ ਦੇ ਉੱਤੇ ਬਗੀਚੇ, ਤਰ੍ਹਾਂ ਤਰ੍ਹਾਂ ਦੇ ਫੁੱਲ ਲੱਗੇ ਨੇ। ਫਿਰ ਉਸੇ ਬਗੀਚੇ ਦੇ ਵਿੱਚ ਕਾਮ ਧੇਨ ਗਊ ਖੜੀ ਆ। ਉਹ ਗਊ ਜਿਹਦੇ ਕੋਲ ਜਾਈਏ ਤੇ ਜੋ ਮੰਗੀਏ ਗਊ ਤੋਂ ਉਹ ਮਿਲ ਜਾਂਦਾ ਹੈ। ਕਾਮ ਧੇਨ ਗਊਆਂ ਵੀ ਖੜੀਆਂ ਨੇ ਮਹਾਰਾਜ ਜੀ ਦੇ ਕੋਲ ਸੱਚਖੰਡ ਦੇ ਵਿੱਚ। ਚੋਪਈ ਚਿੰਤਾਮਨ ਸੋ ਕੰਧ ਤੇ ਚਿਨਾਈ। ਜਿਹੜੀਆਂ ਚਿੰਤਾਮਣੀਆਂ ਨੇ ਨਾ ਉਹ ਇੱਕ ਹੀਰਾ, ਉਹ ਮਣੀਆਂ ਜੀਆਂ ਜਿਨ੍ਹਾਂ ਨੂੰ ਵੇਖ ਕੇ ਸਾਰੀਆਂ ਚਿੰਤਾ ਦੂਰ ਹੋ ਜਾਂਦੀਆਂ ਨੇ। ਉਹ ਚਿੰਤਾਮਣੀਆਂ ਇਹੋ ਜਿਹੀਆਂ ਲੱਖਾਂ, ਉਹ ਮਣੀਆਂ ਕੰਧਾਂ ਦੇ ਵਿੱਚ ਚਿਣੀਆਂ ਹੋਈਆਂ ਨੇ। ਸਵਰਨ ਸੁਗੰਧੀ ਸੰਗ ਲਿਪਾਈ। ਤੇ ਫਿਰ ਉਹਨਾਂ ਕੰਧਾਂ ਦੇ ਉੱਤੇ ਜਿਹੜੀ ਲਪਾਈ ਕੀਤੀ ਆ ਉਹ ਕਾਹਦੀ ਕੀਤੀ ਹੋਈ ਹੈ? ਸੋਨੇ ਦੀ। ਤੇ ਸੋਨਾ ਵੀ ਕੋਈ ਆਮ ਸੋਨਾ ਨਹੀਂ, ਉਹ ਸੋਨਾ ਜਿਹਦੇ ਵਿੱਚੋਂ ਖੁਸ਼ਬੂ ਆਉਂਦੀ ਹੈ, ਸੁਗੰਧੀ ਵਾਲਾ ਸੋਨਾ। ਉਸਦੀ ਲਪਾਈ ਕੀਤੀ ਹੈ ਸੱਚਖੰਡ ਦੀਆਂ ਕੰਧਾਂ ਨੂੰ। ਬਡੂਰਜ ਕੇ ਉਹਾਂ ਥੰਪ ਤੇ ਥੰਬਾਏ। ਬਡੂਰੇ ਕਹਿੰਦੇ ਨੇ ਬਿੱਲੀ ਦੀ ਅੱਖ ਵਰਗੀ ਇੱਕ ਮਣੀ ਹੁੰਦੀ ਆ, ਤੇ ਕਹਿੰਦੇ ਉਹ ਮਣੀ ਵੀ ਕੰਧਾਂ ਦੇ ਵਿੱਚ ਫਿੱਟ ਕੀਤੀ ਹੋਈ ਹੈ ਇੱਟਾਂ ਦੀ ਥਾਂ ਦੇ ਉੱਤੇ। ਮਣੀਆਂ ਦੀ ਚਣਾਈ ਹੋਈ ਪਈ ਆ, ਇੱਟਾਂ ਨਹੀਂ ਉੱਥੇ ਲੱਗੀਆਂ ਸੱਚਖੰਡ ਦੇ ਵਿੱਚ। ਚੰਦਨ ਲਕਰੇ ਸਾਤ ਤੇ ਛਤਾਏ। ਜਿਹੜੀਆਂ ਛੱਤਾਂ ਨੇ ਉਹ ਚੰਦਨ ਦੀ ਲੱਕੜੀ ਦੀਆਂ ਲੱਗੀਆਂ ਹੋਈਆਂ ਹਨ। ਮੂੰਗੇ ਕਿਉਂ ਲਗੇ ਕਪਾਟ। ਤੇ ਮੂੰਗਾ ਜਿਹੜਾ ਲਾਲ ਰੰਗ ਦਾ ਹੁੰਦਾ, ਸਮੁੰਦਰਾਂ ਦੇ ਵਿੱਚੋਂ ਨਿਕਲਦਾ, ਬੜਾ ਮਹਿੰਗਾ ਪੱਥਰ। ਤੇ ਕਹਿੰਦੇ ਉਸ ਮੂੰਗੇ ਦੇ ਦਰਵਾਜ਼ੇ ਬਣੇ ਨੇ, ਉਸ ਰਤਨ ਦੇ ਦਰਵਾਜ਼ੇ ਬਣੇ ਹੋਏ ਨੇ। ਚਿੱਤਰਕਾਰੀ ਪਾਰਸ ਕੀ ਠਾਟ। ਤੇ ਪਾਰਸ ਦੀ ਜਿਹੜੀ ਬੱਟੀ ਹੁੰਦੀ ਆ, 9 ਧਾਤਾਂ ਨੂੰ ਜੇ ਪਾਰਸ ਲਾਇਆ ਜਾਵੇ ਉਹਨੂੰ ਸੋਨਾ ਬਣਾ ਦਿੰਦਾ। ਕਹਿੰਦੇ ਉਸ ਪਾਰਸ ਦੀ ਚਿੱਤਰਕਾਰੀ ਕੀਤੀ ਹੋਈ ਹੈ। ਬਾਬਰ ਕੋ ਤਾਂ ਸੈਲ ਕਰਾਇਓ। ਤੇ ਬਾਬਰ ਉੱਤੇ ਸੈਰ ਕਰਦਾ, ਆਲੇ ਦੁਆਲੇ ਵੇਖਦਾ, ਕਦੇ ਨਿਸ਼ਾਨ ਸਾਹਿਬ ਵੇਖਦਾ, ਕਦੇ ਸਿੱਖਾਂ ਨੂੰ ਬਾਣੀ ਪੜ੍ਹਦਿਆਂ ਨੂੰ ਵੇਖਦਾ, ਕਦੇ ਸੋਨੇ ਦੀਆਂ ਕੰਧਾਂ ਪਿਆ ਵੇਖਦਾ ਹੈ। ਫਿਰ ਬਾਬਰ ਕੋ ਮੋੜ ਲਾਇਓ। ਤੇ ਉਸ ਵੇਲੇ ਫਿਰ ਸਭ ਕੁਝ ਵੇਖ ਕੇ ਨਾ ਬਾਬਰ ਵਾਪਸ ਆ ਗਿਆ। ਪਿਕੰਬਰ ਕੀ ਵਹਿ ਵੱਲ ਫਿਰਾਇਓ। ਤੇ ਹੁਣ ਸੋਚਦਾ ਹੈ, ਵੇਖਦਾ ਹੈ ਕਿ ਮੇਰੇ ਮੁਹੰਮਦ ਸਾਹਿਬ ਕਿੱਧਰ ਨੇ। ਆਇਆ ਤਾਂ ਮੈਂ ਉਹਨਾਂ ਨੂੰ ਮਿਲਣਾ ਸੱਚਖੰਡ ਦੇ ਵਿੱਚ, ਮੇਰੇ ਮੁਹੰਮਦ ਸਾਹਿਬ ਕਿੱਧਰ ਹਨ। ਦੇਤ ਬਾਂਗ ਤਹਿ ਮੁਲਾ ਦਿਖਾਇਓ। ਤੇ ਫੇਰ ਹੁਣ ਬਾਦਸ਼ਾਹ ਬਾਬਰ ਮਿਲਦਾ ਮੁਹੰਮਦ ਸਾਹਿਬ ਨੂੰ। ਹੁਣ ਉਹਨਾਂ ਦੇ ਕੋਲ ਜਾਂਦਾ। ਮਹਾਰਾਜ ਜੀ ਦੇ ਨਿਸ਼ਾਨ ਸਾਹਿਬ ਦਾ ਇਸਨੇ ਵੇਖ ਲਏ। ਹੁਣ ਜਿਵੇਂ ਬਾਬਰ ਆਪਣੇ ਮੁਹੰਮਦ ਸਾਹਿਬ ਨੂੰ ਮਿਲਦਾ ਤੇ ਮੁਹੰਮਦ ਸਾਹਿਬ ਕਿਵੇਂ ਇਸ ਨੂੰ ਜੋ ਜੋ ਦੱਸਦੇ ਨੇ, ਜੋ ਜੋ ਇਸ ਨੂੰ ਪਤਾ ਦੱਸਦੇ ਨੇ ਕਿ ਭਾਈ ਜੇ ਰਾਜ ਲੈਣਾ ਤਾਂ ਮੇਰੇ ਕੋਲ ਕੁਝ ਨਹੀਂ, ਜਿਤਨਾ ਰਾਜ ਆ ਗੁਰੂ ਨਾਨਕ ਮਹਾਰਾਜ ਜੀ ਦੇ ਕੋਲ ਹੈ। ਹੁਣ ਜਿਵੇਂ ਇਹਨਾਂ ਦੇ ਪੈਗੰਬਰ ਮੁਹੰਮਦ ਸਾਹਿਬ ਬਾਦਸ਼ਾਹ ਬਾਬਰ ਨੂੰ ਦੱਸਣਗੇ ਭਾਈ ਰਾਜ ਲੈਣਾ ਉਹਨਾਂ ਦੇ ਚਰਨਾਂ ਤੋਂ ਲੈ, ਉਹ ਕਥਾ ਆਪਾਂ ਕੱਲ ਦੇ ਪ੍ਰਸੰਗਾਂ ਦੇ ਵਿੱਚ ਸਰਵਣ ਕਰਾਂਗੇ। ਗੁਰੂ ਬਾਬੇ ਦਾ ਪਾਵਨ ਪਵਿੱਤਰ ਇਤਿਹਾਸ ਹੈ। ਕਥਨ ਕਰਦਿਆਂ ਹੋਇਆਂ ਭੁੱਲਾਂ ਚੁੱਕਾਂ ਦੀ ਖਿਮਾ। ਵਾਹਿਗੁਰੂ 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 ਵਾਹਿਗੁਰੂ।